वाहिगुरु जी का खालसा वाहिगुरु जी की फतेह। सतगुरां दी परम पवित्र गोद विच जुड़न दीयां सुभागियां घड़ियां प्राप्त होईयां ने। गुरु कृपा सदका इन्हां नूं सफलियां बनाइए। सतगुरां दी पावन वडियाई दे विचों आप जी ने सरवण कीता सी सृष्टि दे मालक गुरु नानक साहब सच्चे पातशाह अगमी टोज बरता रहे ने। नवियां नवियां खेडां उस मालक दियां ने जिन्हां नूं ये संसार जाके भी समझ नहीं सकता। जदों जयराम जियां नूं लेखे जोखे हिसाब दे वास्ते भाई कचहरी विच नवाब ने आख्या जयराम जी बेनती करते ने नवाब साहब एक बार मैनूं गुरु नानक साहब नाल मिल लैण दिओ। कल सवेर हुंदियां तुहाडे नाल बैठ के हिसाब किताब कर देंगे। बड़ी चिंता है। मुसीबतां दे पहाड़ जयराम जियां ते टुट चुके ने। नवाब दी कचहरी चों निकले ने, मन भी मुरझाया तन भी मुरझाया। मड़ियां ते आके गुरु नानक साहब जी दे चरनी डिग के आखण लगे सच्चे पातशाह वक्त दी हुकूमत मेरे तो 1 साल का हिसाब मंग रही है। गुरु नानक साहब सच्चे पातशाह ने जो मोती खाने बारे सुनिया मन के नाल चलो चलिए। नवाब की कचहरी विच सतगुरु जी आप आए ने। हिसाब किताब का जिक्र शुरू होया है। जिन्ने नवाब दे मुनशी ने 1 साल का हिसाब लैण वास्ते एक घर विच बैठे आ। पर गुरु नानक साहब जी का ये लिबास वेख दुनिया मुश्किल ही हसदी है। लोग टिचरा करते ने, मखौल करते ने, पर गुरु साहब किसी का उत्तर नहीं दे रहे। इन सारे प्रसंगां नूं आप जी ने बड़े प्यार नाल सरवण कीता है। आओ जी इस समय का आनंद माणीए। पाओ प्रेम दी सांझ गज गज के आखो जी सतनाम श्री वाहिगुरु साहिब जी। सतनाम श्री वाहिगुरु साहिब जी। 1 साल को लेखा विशाल हुता। पक्खा बंद कर दो, इन्वर्टर ते चलदा ना, ये बंद हो कर लही वही किया जोर महाना। जगत गुरु गुरु नानक साहब सच्चे पातशाह बंद कर दो। जिन्हां दे जीजा जयराम जी की बेनती नूं सुनते हुए राजे की कचहरी विच आके हिसाब करने वास्ते चौंकड़ा लाया। समय का नवाब इस गल तो खुश है भी गुरु साहब चल के आप आ गए ने, पर इन्हां तो हिसाब किताब नहीं दे होना। दुनिया लिबास वेख रही है, जमाना कपड़े वेख रहे है,
ਪਰ ਜਗਤ ਦੇ ਸੁਆਮੀ ਲਾ ਕੇ ਚੌਂਕੜਾ ਬੈਠੇ ਨੇ। ਇੱਕ ਪਾਸੇ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਨੇ, ਅੱਜ ਕਈ ਮਨੁਸ਼ੀ ਨੇ। ਇੱਕ ਮਹੀਨੇ ਦਾ ਹਿਸਾਬ ਸਭ ਨੇ ਲਾਉਣਾ ਸ਼ੁਰੂ ਕੀਤਾ, ਕਿਉਂਕਿ 1 ਸਾਲ ਦਾ ਹਿਸਾਬ ਕਿਤਾਬ ਹੈ। ਕਿੰਨਾ ਕੁ ਘਾਟਾ ਪਿਆ, ਕਿੰਨਾ ਕੁ ਵਾਧਾ ਹੋਇਆ, ਇਹ ਗੱਲਾਂ ਬਾਤੀਆਂ ਨੇ। ਕਿਉਂਕਿ ਸਮੁੱਚੀ ਦੁਨੀਆ ਤੇ ਸਮਾਜ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਤਿਗੁਰ ਬੇਈ ਚੋਂ ਨਿਕਲ ਕੇ ਆਏ ਨੇ, ਤਾਲਾ ਤੋੜ ਕੇ ਕਹਿ ਦਿੱਤਾ ਲੁੱਟ ਲਓ, ਉਹਦਾ ਉਜਾੜਾ ਜ਼ਿਆਦਾ ਦਿਸਦਾ ਹੈ ਵੀ ਜੋ ਲੁੱਟਿਆ ਗਿਆ ਉਹ ਹਿਸਾਬ ਕਿਤਾਬ ਵਿੱਚ ਕਿੱਥੋਂ ਹੋਏਗਾ। ਆਮਦ ਉਹ ਖਰਚੀ ਕੋ ਸੁਮਾਰ ਕੇ, ਕੀਨ ਭਲੇ ਗਿਣਤੀ ਬਿਦਨਨਾ। ਹੁਣ ਇਹਨਾਂ ਨਵੀ ਸੰਧਾਂ ਨੇ, ਮੁਨਸ਼ੀਆਂ ਨੇ ਆਮਦਨ ਕੀ ਸੀ, ਖਰਚਾ ਕਿੰਨਾ ਹੈ, ਲਾਗਤ ਕਿੰਨੀ ਆ ਤੇ ਬਚਤ ਕਿੰਨੀ ਹੈ, ਉਹਦੇ ਪੈਰਾਮੀਟਰ ਬਣਾਏ ਨੇ ਜਿਵੇਂ ਆਮ ਦੁਨੀਆ ਚ ਹੁੰਦੇ। ਸਾਰੀ ਚੀਜ਼ ਨੂੰ ਅੱਖਾਂ ਦੇ ਸਾਹਮਣੇ ਰੱਖਿਆ, ਬਾਰ-ਬਾਰ ਪੜ੍ਹਦੇ ਨੇ, ਬਾਰ-ਬਾਰ ਵਿਚਾਰਦੇ ਨੇ। ਕੋਸ਼ਿਸ਼ ਹੈ ਕਿਵੇਂ ਨਾ ਕਿਵੇਂ ਘਾਟਾ ਸਿੱਧ ਕੀਤਾ ਜਾਏ, ਕਿਉਂਕਿ ਚੁਗਲ ਨਹੀਂ ਚਾਹੁੰਦੇ ਮੋਦੀ ਖਾਨਾ ਚੱਲੇ। ਮਾੜੀ ਬਿਰਤੀ ਵਾਲੇ ਲੋਕ ਇਹ ਕਦੇ ਵੀ ਪਸੰਦ ਨਹੀਂ ਕਰਦੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੰਡਿਆ ਹੋਇਆ ਦਾਨ ਹਰ ਇੱਕ ਦੇ ਹਿੱਸੇ ਆਵੇ। ਜਦੋਂ ਸਮੇਂ ਦੇ ਮਨੁਸ਼ੀਆਂ ਨੇ ਜ਼ੋਰ ਲਾਇਆ, ਵਾਧ ਘਾਟ ਕਰਨੀ ਚਾਹੀਏ, ਕੋਸ਼ਿਸ਼ ਤੇ ਬਹੁਤ ਹੈ, ਜ਼ੋਰ ਤੇ ਬੜਾ ਹੈ ਵੀ ਅੱਜ ਇਹਨਾਂ ਨੂੰ ਭਰੀ ਕਚਹਿਰੀ ਵਿੱਚ ਸ਼ਰਮਿੰਦਾ ਕੀਤਾ ਜਾਵੇ। ਕਾਗਦ ਲੈ ਕਰ ਬ੍ਰਿੰਦ ਲਿਖੇ, ਨਵੀ ਸਿੰਧ ਕੀ ਬੁੱਧ ਥਕੀ। ਜਿਸ ਵੇਲੇ ਕਾਗਜ਼ ਲੈ ਕੇ ਹਿਸਾਬ ਕਿਤਾਬ ਸ਼ੁਰੂ ਕੀਤਾ ਨਾ, ਸਮੇਂ ਦੇ ਨਵਾਬ ਦੇ ਸਿਖਾਏ ਹੋਏ ਲੋਕ, ਕਿਉਂਕਿ ਨਵਾਬ ਚੁਗਲਾਂ ਦੇ ਮਗਰ ਲੱਗਾ ਹੋਇਆ ਹੈ, ਉਹਦੇ ਦਿਲ ਦਿਮਾਗ ਤੇ ਉਹ ਗੱਲਾਂ ਘਰ ਘਰ ਬੈਠੀਆਂ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਤੋਂ ਡਰਦੇ ਲੁਕੇ ਹੋਏ ਆ। ਲੁਕੇ ਕਿਉਂ ਨੇ? ਵੀ ਹਿਸਾਬ ਕਿਤਾਬ ਨਹੀਂ ਦੇ ਹੋਣਾ ਇਹਨਾਂ ਨੂੰ, ਲੁਟਾ ਲਿਆ ਮੋਦੀ ਖਾਨਾ। ਉਹ ਗੱਲਾਂ ਸੀ ਸਾਰਿਆਂ ਦੇ ਮਨ ਵਿੱਚ। ਕਹਿੰਦੇ ਜੀ ਆਪਣੀ ਬੁੱਧੀ ਦਾ ਜ਼ੋਰ ਲਾਇਆ, ਦਿਮਾਗ ਦਾ। ਹੁਣ ਜਦੋਂ ਕੋਈ ਬੰਦਾ ਕਿਸੇ ਨੂੰ ਫਸਾਉਣ ਤੇ ਤੁਲ ਜੇ ਦੁਨਿਆਵੀ ਤੌਰ ਤੇ, ਤੁਸੀਂ ਕੀ ਕਰੋਗੇ? ਕੋਈ ਸਰਕਾਰੀ ਤੰਤਰ ਦਾ ਬੰਦਾ ਤੁਹਾਨੂੰ ਉਲਝਾਉਣ ਤੇ ਆ ਜੇ ਤੇ ਸੁਲਝੋਗੇ ਕਿੱਥੇ? ਜਿਨ੍ਹਾਂ ਤੋਂ ਆਸ ਹੈ ਵੀ ਇਹ ਥਾਣੇ ਕਚਹਿਰੀ ਵਾਲੇ ਇਨਸਾਫ ਦੇਣਗੇ, ਜੇ ਇਹੀ ਫਸਾਉਣ ਤੇ ਆ ਜਾਣ ਕੀ ਕਰੋਗੇ? ਸਮੇਂ ਦੇ ਨਵਾਬ ਦੇ ਬੈਠੇ ਉਹ ਕਰਿੰਦੇ ਜਿਨ੍ਹਾਂ ਹਿਸਾਬ ਕਿਤਾਬ ਲਾਇਆ, ਕਹਿੰਦੇ ਮੱਤ ਥੱਕ ਗਈ, ਸਮਝ ਨਹੀਂ ਆਉਂਦਾ, ਜੋ ਕਰਨਾ ਚਾਹੁੰਦੇ ਨੇ ਉਹ ਹੋ ਨਹੀਂ ਰਿਹਾ। ਦੀਨ ਦਿਆਲ ਰਹੇ ਪੁਨ ਵਾਦੇ ਮੈਂ, ਸ਼੍ਰੀ ਗੁਰੂ ਅੰਗਦ ਜੀ ਸੁਨ ਕਾਨਾ। ਭਾਈ ਬਾਲਾ ਜੀ ਆਖਣ ਲੱਗੇ, ਐ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, 8-10 ਮਨੁਸ਼ੀ ਬੈਠੇ ਨੇ ਹਿਸਾਬ ਕਿਤਾਬ ਵਿੱਚ ਆਪਣੀ ਅਕਲ ਦੇ ਘੋੜੇ ਦੜਾਉਣ ਵਾਸਤੇ, ਜਿਹੜੇ ਉਸ ਵੇਲੇ ਦੇ ਮਾਸਟਰ ਲੋਕ ਨੇ। ਕਹਿੰਦੇ ਤਾਂ ਹੁੰਦੇ, ਜ਼ੋਰ ਲਾਇਆ ਹੋਇਆ ਹਿਸਾਬ ਕਿਤਾਬ ਦੇ ਵਿੱਚ ਘਾਟਾ ਸ਼ੋ ਕੀਤਾ ਜਾਏ ਤਾਂ ਜੋ ਮੋਦੀ ਖਾਨੇ ਨੂੰ ਤਾਲਾ ਲੱਗ ਜੇ ਤੇ ਜੈ ਰਾਮ ਜੀ ਨੂੰ ਆਪਣੇ ਪੱਲੇ ਤੋਂ ਭਰਨਾ ਪਵੇ। ਕਿਹੜਾ? ਜੋ ਅੱਜ ਤੱਕ ਵਾਧਾ ਨਿਕਲਿਆ ਉਹ ਘਾਟੇ ਦੇ ਰੂਪ ਵਿੱਚ ਜਾਵੇ। ਜਦੋਂ ਹੁਣ ਘਾਟਾ ਨਿਕਲੂ, ਜਿੰਨਾ ਇਹਨਾਂ ਨੂੰ ਬੈਨੀਫਿਟ ਹੋਇਆ ਜੁਰਮਾਨੇ 'ਚ ਭਰਨਾ ਪਊਗਾ। ਇਹ ਕੋਸ਼ਿਸ਼ ਜਦੋਂ ਕਹਿੰਦੇ 6-7 ਵਾਰ ਸਾਰੇ ਪੇਪਰਾਂ ਨੂੰ ਖੰਗਾਲਿਆ, ਚੁੱਪ ਹੋ ਗਏ ਜੀ, ਕੁਛ ਬੋਲ ਨਹੀਂ ਰਹੇ। ਜੈ ਰਾਮ ਕਹਿੰਦੇ ਕੀ ਹੈ? ਸਮੇਂ ਦੇ ਨਵਾਬ ਨੇ ਪੁੱਛਿਆ ਕੀ ਗੱਲ ਹੈ? ਕਹਿੰਦੇ ਜੀ ਇਹ ਵਾਧੇ 'ਚ ਜਾ ਰਹੇ ਨੇ। ਕੌਣ? ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸ੍ਰਿਸ਼ਟੀ ਦੇ ਮਾਲਕ, ਵਾਧੇ 'ਚ। ਨਵਾਬ ਨੇ ਸੋਚਿਆ ਹੋਣਾ 20-50 ਦਾ ਵਾਧਾ। ਇੰਨਾ ਵੱਡਾ ਮੋਦੀ ਖਾਨਾ ਲਟਾਉਣ ਤੋਂ ਬਾਅਦ ਵੀ ਜੇ ਵਾਧਾ ਨਿਕਲਦਾ 5 ਰੁਪਏ, 10 ਰੁਪਏ, 20 ਰੁਪਏ, ਕੁਛ ਇੰਨਾ ਹੀ ਹੋਣਾ ਏ। 7 ਸੇ 60 ਨਿਕਾਸੇ ਹੈ ਸਿੱਖ, ਸੁਣੀ ਨਿਜ ਸ਼੍ਰੋਣ ਮੈਂ ਦੌਲਤ ਖਾਨਾ। ਜਦੋਂ ਨਵਾਬ ਦੌਲਤ ਖਾਨ ਕੋਲ ਬਹਿ ਕੇ ਹਿਸਾਬ ਕਰਾ ਰਿਹਾ ਹੈ, ਅੱਜ ਤੱਕ ਉਹ ਕਦੇ ਕੋਲ ਨਹੀਂ ਸੀ ਬੈਠਾ। ਹਿਸਾਬ ਕਿਤਾਬ ਹੁੰਦਾ ਸੀ, ਰਿਪੋਰਟ ਇਹਦੇ ਦਰਬਾਰ 'ਚ ਪੇਸ਼ ਕੀਤੀ ਜਾਂਦੀ ਸੀ, ਕਿਉਂਕਿ ਅੱਜ ਸਾਜ਼ਿਸ਼ ਹੈ ਨਾ, ਟਰੈਪ ਲਾਉਣਾ ਚਾਹੁੰਦੇ ਆ, ਇੱਕ ਜਾਲ ਵਿਛਾਉਣਾ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਜੈ ਰਾਮ ਜੀ ਨੂੰ
ਇਸ ਘਟਨਾ ਦੇ ਵਿੱਚ ਸ਼ਰਮਿੰਦਾ ਕੀਤਾ ਜਾਏ। ਆਪਸੀ ਮਨ ਦੇ ਵਿੱਚ ਨਿੰਦਕਾਂ ਚੁਗਲਾਂ ਦੀਆਂ ਗੱਲਾਂ ਦਾ ਅਸਰ ਸੀ ਦਿਲ ਦਿਮਾਗ ਤੇ। ਜਦ ਹਿਸਾਬ ਕਿਤਾਬ ਪੁੱਛਿਆ ਗਿਆ, ਕਹਿੰਦੇ ਸਮੇਂ ਦਾ ਨਵਾਬ ਇੰਨਾ ਸ਼ਰਮਿੰਦਾ ਹੋਇਆ, ਇਹ ਕਹਿ ਲਓ ਵੀ ਡੁੱਬਦੇ ਨੂੰ ਸਾਹ ਨਹੀਂ ਆ ਰਿਹਾ। ਜਦ ਮੁਨਸ਼ੀ ਨੇ ਬੋਲਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਧੇ ਵਿੱਚ ਜਾ ਰਹੇ ਨੇ, ਕਿੰਨਾ 760 ਰੁਪਇਆ ਖੋ ਸਤਨਾਮ ਥੋੜਾ ਨਹੀਂ। ਜਦ 20 ਰੁਪਏ ਦਾ ਲੰਗਰ ਲਾਇਆ ਹੋਵੇ, ਜਿੰਨਾ ਸਮਿਆਂ ਵਿੱਚ ਕੌਡੀਆਂ ਚੱਲਦੀਆਂ ਨੇ, ਜਿੰਨਾ ਸਮਿਆਂ 'ਚ ਆਨੇ ਚੱਲਦੇ ਆ, ਅਠਾਨੇ ਚੱਲਦੇ ਆ, ਉਹ ਤੋਂ ਵੀ ਛੋਟੀਆਂ ਕਰੰਸੀਆਂ, ਤੇ ਉਦੋਂ ਰਜਤਪਣ ਹੋਣੇ, ਰੁਪਈਏ ਨਿਕਲਣੇ 760, ਇਹ ਕਹਿ ਲਓ 7,60,000 ਅੱਜ ਦਾ। ਨਵਾਬ ਬੜਾ ਹੈਰਾਨ ਹੋਇਆ ਵੀ ਤੇ ਇੰਨਾ ਤੇ ਮੋਦੀ ਖਾਨੇ 'ਚ ਅਸੀਂ ਪੈਸਾ ਨਹੀਂ ਲਾਇਆ ਹੋਣਾ ਜਿੰਨਾ ਇਹਨਾਂ ਦਾ ਵਾਧਾ ਨਿਕਲਿਆ। ਕਹਿੰਦਾ ਇੱਕ ਵਾਰ ਹਿਸਾਬ ਫੇਰ ਚੈੱਕ ਕਰੋ, ਇੱਕ ਵਾਰ ਛੱਡੋ, 2-3 ਵਾਰ ਵੇਖੀ, ਇੱਕ ਪੈਸਾ ਨਾ ਘਟਦਾ ਨਾ ਵੱਧਦਾ। 760 ਦੀ ਰੇਸ਼ੋ ਨਿਕਲਦੀ ਹੈ। ਹੋਤ ਭਇਓ ਵਿਸਮਾਦ ਹਿਰਦੇ, ਅਹਲਾਦ ਜਰਾਮ ਨਾ ਜਾਏ ਬਖਾਨਾ। ਇੱਧਰ ਜਿੱਥੇ ਪਹਿਲਾਂ ਜੈਰਾਮ ਦੁਖੀ ਬੈਠੇ ਸੀ, ਬਾਕੀ ਸਾਰੇ ਖੁਸ਼ ਸੀ। ਇੱਕ ਧਿਰ ਖੁਸ਼ ਸੀ ਨਾ ਨੀਚਾ ਵਿਖਾਉਣ ਵਾਲੀ, ਹੰਕਾਰੀ ਹੋਈ, ਤੇ ਜੈਰਾਮ ਚੁੱਪ ਚੁਪੀਤੇ ਬੈਠੇ ਸੀ, ਅਰਦਾਸਾਂ ਕਰਦੇ, ਮਰਜ ਕਿਰਪਾ ਕਰੇ, ਲਾਜ ਰੱਖ, ਸੱਚੇ ਪਾਤਸ਼ਾਹ ਮੇਰਾ ਗਰੀਬ ਦਾ ਕੋਈ ਨਹੀਂ। ਕਹਿੰਦੇ ਇੱਧਰ ਤੇ ਆ ਗਿਆ ਹਾਸਾ, ਜੈਰਾਮ ਜੀ ਦੇ ਚਿਹਰੇ ਤੇ ਆਨੰਦ ਸਾਫ਼ ਦਿਸਦਾ ਹੈ। ਉਹ ਚਿੰਤਾ ਦਾ ਵੇਗ ਕੱਟਿਆ ਗਿਆ, ਜੋ ਚਿੰਤਾ ਸਤਾ ਰਹੀ ਸੀ ਨਾ, ਹਾਏ ਸਾਡਾ ਕੀ ਬਣੂ, ਉਹ ਖੁਸ਼ ਬੈਠੇ ਆ, ਖੁਸ਼ੀ ਆ ਗਈ ਚਿਹਰੇ ਤੇ। ਨਵਾਬ ਉਹਦੇ ਮੁਨਸ਼ੀ ਕਹਿੰਦੇ ਏਦਾਂ ਬੈਠੇ ਆ ਜਿਵੇਂ ਪਤਾ ਨਹੀਂ ਕਿੱਡਾ ਕੁ ਵੱਡਾ ਘਾਟਾ ਪੈ ਗਿਆ ਹੋਵੇ। ਸੱਚੀ ਘਾਟਾ ਹੀ ਪੈ ਗਿਆ। ਸ਼ਰਮਿੰਦਾ ਕਿਸੇ ਨੂੰ ਕਰਨਾ ਚਾਹੁੰਦੇ ਸੀ, ਉਹ ਆਪ ਗਏ। ਬੁਰਾ ਤੇ ਪਰਾਏ ਦਾ ਸੋਚਿਆ ਸੀ, ਹੋਇਆ ਆਪਣਾ ਪਿਆ। ਸਮੇਂ ਦਾ ਨਵਾਬ ਚੁੱਪ ਹੋ ਗਿਆ। ਚੁੱਪ ਇਸ ਲਈ ਹੋਇਆ, ਕੱਲ ਤੱਕ ਉਹ ਕਹਿੰਦਾ ਸੀ ਸਵੇਰ ਹੁੰਦਿਆਂ ਜੈਰਾਮ ਜੀ ਨੂੰ, ਕਹਿੰਦਾ ਜਿਵੇਂ ਮਰਜ਼ੀ ਘਾਟਾ ਵਾਧਾ ਪੂਰਾ ਕਰੋ, ਮੈਨੂੰ ਨਹੀਂ ਕੋਈ ਲਿਹਾਜ਼ ਤੁਹਾਡੇ ਨਾਲ। ਜਿਸ ਬੰਦੇ ਨੇ ਕਦੇ ਰੁੱਖੇ ਬੋਲ ਬੋਲੇ ਹੋਣ, ਸੱਚੀ ਫਿਰ ਅੱਖ ਨਹੀਂ ਮਲਾਉਂਦਾ ਹੁੰਦਾ। ਉਹਨੂੰ ਪਤਾ ਹੁੰਦਾ ਹੈ ਮੈਂ ਕੀ ਘੱਟ ਗੁਜ਼ਾਰੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬੇਪਰਵਾਹ ਨੇ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਪਰ ਜੈਰਾਮ ਬੜੇ ਖੁਸ਼ ਨੇ, ਇਹਨਾਂ ਦੀ ਖੁਸ਼ੀ ਵੀ ਨਵਾਬ ਤੋਂ ਸਹਾਰੀ ਜਾਂਦੀ ਨਹੀਂ। ਮੰਦ ਮਤੀ ਮਨ ਨਿੰਦਕ ਲਜਤ, ਬਿੰਦਤ ਭੇਦ ਨ ਮੂੜ ਅਜਾਨਾ। ਉਸ ਵੇਲੇ ਮੰਦੀ ਮਤ ਵਾਲੇ, ਮਾੜੀ ਸੋਚ ਵਾਲੇ, ਨਿੰਦਕ ਚੁਗਲ ਜੋ ਇਸ ਸਭਾ ਦੇ ਵਿੱਚ ਤਮਾਸ਼ਾ ਵੇਖਣ ਵਾਸਤੇ ਬੈਠੇ ਸੀ, ਅੱਜ ਖੁਦ ਤਮਾਸ਼ਾ ਬਣ ਗਏ। ਆਖੋ ਸਤਨਾਮ। ਜਦੋਂ ਕੋਈ ਕਿਸੇ ਦਾ ਤਮਾਸ਼ਾ ਕਰਦਾ ਹੈ, ਇੱਕ ਦਿਨ ਆਪ ਵੀ ਬਣਨਾ ਪੈ ਜਾਂਦਾ ਹੈ। ਜਦ ਕੋਈ ਕਿਸੇ ਦਾ ਬੁਰਾ ਕਰਨ ਤੇ ਤੁਲਦਾ ਹੈ, ਇੱਕ ਦਿਨ ਆਪਣਾ ਹੋ ਜਾਂਦਾ ਹੈ। ਉਹ ਉਦੋਂ ਸੱਚੀ ਬਹਿ ਬਹਿ ਬੜਾ ਰੋਂਦਾ ਤੇ ਬੜਾ ਸ਼ਰਮਿੰਦਾ ਹੁੰਦਾ ਹੈ। ਨਿੰਦਕਾਂ ਦੇ ਮੂੰਹ ਤੇ ਚਪੇੜਾਂ ਨੇ, ਸਿਰ ਨੀਵੇਂ ਕੀਤੇ ਹੋਏ ਆ। ਨਵਾਬ ਉਹਨਾਂ ਵੱਲ ਨਹੀਂ ਵੇਖਦਾ, ਉਹ ਨਵਾਬ ਵੱਲ ਨਹੀਂ ਵੇਖਦੇ। ਪਰਾਈ ਚੱਕ ਸੀ ਨਾ, ਬੜਾ ਕੁਝ ਕਹਿੰਦੇ ਸੀ। ਇੱਕ ਵਾਰ ਹਿਸਾਬ ਕਰਾ ਕੇ ਤੇ ਵੇਖੋ, ਜੇ ਤੇ ਤੁਹਾਡੇ ਤੋਂ ਡਰਦਾ ਲੁਕਿਆ ਹੋਇਆ, ਤੁਹਾਡੇ ਤੋਂ ਡਰਦਾ ਵੇਈ ਦਾ ਇਹਨੇ ਪਖੰਡ ਕੀਤਾ, ਤੁਹਾਡੇ ਤੋਂ ਡਰਦੇ ਆ ਬੜੀਆਂ ਮਸਾਣਾਂ 'ਚ ਜਾ ਕੇ ਧੂੜ ਪਾਈ ਫਿਰਦਾ ਵੀ ਮੈਨੂੰ ਪੁੱਛੇ ਕੋਈ ਨਾ ਕਮਲਾ ਕਹਿਣ। ਤੇ ਅੱਜ ਨਵਾਬ ਕੀ ਬੋਲੇ, ਜਿਹਨੂੰ ਹੰਕਾਰ ਸੀ ਸੁਣ ਕੇ ਗੱਲਾਂ ਦਾ ਵੀ ਮੈਥੋਂ ਡਰਿਆ ਹੋਇਆ। ਅੱਜ ਉਹ ਮੈਂ ਕਰਨ ਵਾਲਾ ਸਤਿਗੁਰਾਂ ਦੇ ਚਰਨਾਂ ਵੱਲ ਵੇਖਦਾ ਹੈ, ਧਰਤੀ ਥਾਂ ਨਹੀਂ ਦਿੰਦੀ। ਕੀਰਤ ਪਾਵਸ ਸੋ ਜਵਾਸ ਸੇ, ਜੋਣ ਸੀ ਹੈ ਚਕਵਾਕ ਸਮਾਨਾ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਬਰਦਾਸ਼ਤ ਨਹੀਂ ਹੋ ਰਹੀ। ਜਿਵੇਂ ਚੰਦ ਨੂੰ ਵੇਖ ਚਕੋਰ ਖੁਸ਼ ਹੁੰਦੀ ਹੈ, ਪਰ ਚਕਵਾ ਖੁਸ਼ ਨਹੀਂ ਹੁੰਦਾ, ਉਹਦੀ ਤੇ ਸੂਰਜ ਨਾਲ ਯਾਰੀ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਵੇਖ ਵੇਖ ਸੂਰਜ ਵਰਗੀ ਉੱਲੂਆਂ ਨੂੰ ਕਿੱਥੇ ਬਰਦਾਸ਼ਤ ਹੋਣੀ ਸੀ। ਉਹ ਭਰੇ ਦਰਬਾਰ 'ਚ ਬੈਠੇ ਬੜੇ ਹੈਰਾਨ ਨੇ ਵੀ ਇਹ ਕੀ ਹੋ ਗਿਆ, ਕਿਵੇਂ ਹੋ ਗਿਆ। ਘਾਟਾ ਹੋਵੇ 7 ਰੁਪਏ ਦਾ, ਵਾਧਾ ਹੋਵੇ 17 ਰੁਪਏ ਦਾ, 70 ਰੁਪਏ ਦਾ, 760 ਇੰਨਾ ਤੇ ਅੱਜ ਤੱਕ ਨਹੀਂ ਨਿਕਲਿਆ। ਕਦੇ 157, ਕਦੇ 375, ਪਿੱਛੇ ਸੁਣਿਆ ਆਪ ਜੀ ਏਦਾਂ ਨਿਕਲਦਾ ਰਿਹਾ। ਪਹਿਲੀ ਵਾਰ ਇੰਨਾ ਵਾਧਾ ਨਿਕਲਿਆ 760, ਜੋ ਨਵਾਬ ਨੂੰ ਦੇਣੇ ਪੈਣੇ ਆ। ਤੇ ਸਮੇਂ ਦੇ ਨਵਾਬ ਦਾ ਐਡਾ ਤੇ ਬਜਟ ਵੀ ਹੈ ਨਹੀਂ। ਆਖੋ ਸਤਨਾਮ।
ਜਿੰਨਾ ਇੱਥੋਂ ਨਿਕਲ ਆਇਆ। ਐਡਾ ਬਜਟ ਨਹੀਂ ਸੀ ਉਹਦਾ, ਹੋਊਗਾ 200 300, ਪਰ 760 ਦੇਣੇ ਪੈਣੇ, ਉਹ ਵੀ 1 ਸਾਲ ਦਾ ਟੋਟਲ ਕੱਢਿਆ। ਇਹ ਤੋਂ ਪਹਿਲਾਂ ਵੀ ਹਿਸਾਬ ਹੋ ਚੁੱਕੀ ਹੈ। ਨਵਾਬ ਸ਼ਰਮਿੰਦਾ ਹੈ ਵੀ ਖਜ਼ਾਨਾ ਖਾਲੀ ਹੋਊਗਾ, ਦੇਣੇ ਪੈਣੇ ਤੇ ਤਾਂ ਹੀ ਮੋਦੀ ਖਾਨਾ ਅੱਗੇ ਚੱਲੂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ ਨਹੀਂ ਹੋਏ, ਕਿਉਂਕਿ ਸਾਡੀ ਬਿਰਤੀ ਹੈ, ਅਸੀਂ ਕਿਸੇ ਨੂੰ ਨਾ ਨੀਚਾ ਵਿਖਾ ਕੇ ਬੜੇ ਖੁਸ਼ ਹੁੰਦੇ ਹਾਂ। ਬੜਾ ਚਾਅ ਚੜ੍ਹਦਾ ਸਾਨੂੰ, ਵੇਖਿਆ ਮੇਰੀ ਮੰਨਦਾ ਨਹੀਂ ਸੀ, ਅੱਜ ਪਹੁੰਚ ਗਿਆ ਨਾ ਉਸੇ ਥਾਂ ਤੇ। ਇਹ ਹੈ ਦੁਨਿਆਵੀ ਬਿਰਤੀ। ਪਰ ਰੱਬ ਦੇ ਪਿਆਰੇ, ਕਿਸੇ ਦਾ ਦੁੱਖ ਵੇਖ, ਕਿਸੇ ਤੇ ਪਈ ਵਿਪਤਾ ਵੇਖ, ਕਦੇ ਹੱਸਦੇ ਨਹੀਂ ਹੁੰਦੇ। ਇਹ ਭਗਤਾਂ ਦੀ ਨਿਸ਼ਾਨੀ। ਗੁਰੂ ਸਾਹਿਬ ਆਨੰਦ ਜੀ ਬੈਠੇ ਆ, ਜਿਸ ਨਵਾਬ ਦਾ ਰੋਜ਼ ਸਤਿਕਾਰ ਕਰਦੇ ਸੀ, ਕਿ ਅੱਜ ਜੇ ਉਹ ਨਵਾਬ ਨੇ ਨੀਚਾ ਵਿਖਾਉਣਾ ਚਾਹਿਆ ਤੇ ਗੁਰੂ ਸਾਹਿਬ ਨੂੰ ਨੀਚਾ ਵਿਖਾਉਣਗੇ? ਨਹੀਂ, ਇਹ ਅਸੀਂ ਕਰ ਸਕਦੇ ਆ। ਜਿਸ ਬੰਦੇ ਕੋਲ ਨੌਕਰੀ ਕੀਤੀ, ਜੇ ਇੱਕ ਦਿਨ ਉਹ ਬੰਦੇ ਨੇ ਅੱਖਾਂ ਕੱਢੀਆਂ ਤੇ ਉਹਨੂੰ ਉੱਥੋਂ ਹੀ ਕੱਢ ਦੇਣਾ, ਅੱਖਾਂ ਹੀ ਬਾਹਰ ਕਰ ਦੇਣੀ ਨਾ। ਤੂੰ ਹੁੰਦਾ ਕੌਣ ਹੈ? ਚੱਲ ਕੋਰਟ, ਚੱਲ ਕਚਹਿਰੀ, ਚੱਲ ਥਾਣੇ। ਹੁੰਦਾ ਦੁਨੀਆ 'ਚ ਲੋਕੀ ਜਿਹੜੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਉੱਥੇ ਕੇਸ ਪਾਈ ਫਿਰਦੇ ਆ ਵੀ ਫਲਾਣੇ ਬੌਸ ਨੇ ਸਾਡੇ ਨਾਲ ਇਦਾਂ ਕੀਤਾ। ਇਹ ਹੈ ਦੁਨਿਆਵੀ ਬਿਰਤੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰ ਵਿੱਚ ਨਵਾਬ ਦੌਲਤ ਖਾਂ ਅੱਜ ਵੀ ਸਤਿਕਾਰਯੋਗ ਹੈ। ਇਹ ਕਥਾ ਦਾ ਕੀ ਭਾਵ ਹੈ? ਇਹ ਚੀਜ਼ਾਂ ਸਿੱਖਣ ਵਾਲੀਆਂ ਨੇ, ਸਿੱਖਿਆ ਗੁਰੂ ਤੋਂ ਮਿਲਣੀ ਹੈ। ਤੁਹਾਡਾ ਕੋਈ ਲੱਖ ਬੁਰਾ ਕਰੇ ਲੱਖ, ਕਦੇ ਮਨ 'ਚ ਬੁਰਾ ਸੋਚੋ ਵੀ ਨਾ। ਇਹ ਵੀ ਕਹੋ ਮਹਾਰਾਜ ਇਹਦਾ ਵੀ ਭਲਾ ਕਰੋ। ਇਹ ਕਹਿਣ ਦੀ ਵੀ ਲੋੜ ਨਹੀਂ। ਨਿੱਤ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ, ਸਰਬੱਤ ਦਾ ਭਲਾ। ਨਾਲੇ ਕਹੀ ਜਾਂਦੇ ਸਾਰਿਆਂ ਦਾ ਭਲਾ ਹੋਵੇ, ਸਰਬੱਤ ਦਾ। ਸਰਬੱਤ 'ਚ ਦੁਸ਼ਮਣ ਵੀ ਹੈਗੇ ਸਾਡੇ, ਸਾਰੇ ਹੀ ਨੇ। ਤੇ ਦੂਜੇ ਪਾਸੇ ਸੋਚ ਜਾਈਦਾ ਜੇ ਕੰਮ ਬਣ ਗਿਆ ਫਿਰ ਰਹਿ ਕੀ ਗਿਆ ਪਿੱਛੇ, ਸਾਡੀ ਕਾਹਦੀ ਇੱਜ਼ਤ ਰਹਿ ਗਈ ਜੇ ਇਹ ਪਾਸ ਹੋ ਗਿਆ? ਨਹੀਂ। ਕੋਈ ਤੁਹਾਡਾ ਬੁਰਾ ਕਰਦਾ ਨਾ, ਉਹ ਗੁਰੂ ਪਰਮਾਤਮਾ ਪਰਮੇਸ਼ਵਰ ਜਾਣਨ ਹੈ। ਜਦ ਉਹ ਨਹੀਂ ਕਿਸੇ ਦਾ ਬੁਰਾ ਕਰਦਾ, ਬੰਦਿਆ ਤੂੰ ਕਰਨ ਵਾਲਾ ਕੌਣ ਹੈ? ਇਹ ਚੀਜ਼ਾਂ ਹੈ ਔਖੀਆਂ ਨੇ, ਪਰ ਸੱਚੀ ਜਿੱਦਣ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਕੋਈ ਤੁਹਾਡਾ ਬੁਰਾ ਵੀ ਕਰੇ, ਤੁਹਾਡੇ ਤੋਂ ਬੁਰਾ ਨਹੀਂ ਹੁੰਦਾ। ਕੋਈ ਤੁਹਾਨੂੰ ਲੱਖ ਮਾੜਾ ਕਹੀ ਜਾਏ, ਲੱਖ ਗਾਲਾਂ ਮੂੰਹ ਤੇ ਵੀ ਕੱਢ ਦੇ, ਤੁਹਾਡੇ ਤੋਂ ਮਾੜਾ ਨਹੀਂ ਬੋਲਿਆ ਜਾਣਾ। ਜਿੱਦਣ ਕਿਰਪਾ ਹੋਗੀ ਕਿ ਉਸ ਦਿਨ ਹੁਣੇ। ਵਰਨਾ ਇੱਥੇ ਤੇ ਸਾਰੇ ਭਰੇ ਭਾਂਡੇ ਆ, ਜਿਹਨੂੰ ਮਰਦੀ ਛੇੜ ਕੇ ਵੇਖੋ ਦੁਨੀਆ 'ਚ, ਹਰੇਕ ਹੀ ਫੱਟਣ ਨੂੰ ਫਿਰਦਾ। ਬੰਦਾ ਲੜਿਆ ਘਰੇ ਹੁੰਦਾ, ਗੁੱਸਾ ਬਾਹਰ ਕੱਢ ਆਉਂਦਾ। ਉਹ ਗੱਡੀ ਖੜਾ ਕੇ ਲੋਕਾਂ ਨਾਲ ਲੜ ਪੈਂਦਾ ਰੋਡ ਤੇ। ਪਰ ਇੱਥੇ ਦੇਖੋ, ਜਦ ਸਮੇਂ ਦਾ ਨਵਾਬ ਸ਼ਰਮਿੰਦਾ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਵੀ ਚੰਗਾ ਨਹੀਂ ਲੱਗਿਆ, ਕਿਉਂਕਿ ਸਤਿਗੁਰ ਉਹਨੂੰ ਸ਼ਰਮਿੰਦਾ ਕਰਨ ਨਹੀਂ ਆਏ। ਨਹੀਂ ਆਏ। ਨਵਾਬ ਨੇ ਕਿਹਾ ਹਿਸਾਬ ਚਾਹੀਦਾ, ਮਹਾਰਾਜ ਕਹਿੰਦੀ ਜਾਇਜ਼ ਗੱਲ ਹੈ। ਅੱਜ ਕੀ ਹੈ, ਭੈਣ ਭਰਾ ਇੱਕ ਦੂਜੇ ਤੋਂ ਹਿਸਾਬ ਮੰਗ ਲੈਣ, ਤੂੰ ਮੈਂ ਹੋ ਜਾਂਦੀ ਹੈ। ਪਤੀ ਪਤਨੀ ਹਿਸਾਬ ਮੰਗ ਲੈਣ, ਡਾਂਗ ਸੋਟਾ ਹੋ ਜਾਂਦੇ ਆ। ਪਰ ਵੇਖੋ ਰਿਸ਼ਤਾ ਕੈਸਾ ਹੈ, ਸਤਿਕਾਰ ਕੈਸਾ ਹੈ। ਨਵਾਬ ਨੇ ਹਿਸਾਬ ਮੰਗਿਆ, ਮਹਾਰਾਜ ਨੇ ਇਹ ਨਹੀਂ ਕਿਹਾ ਇਹ ਹੁੰਦਾ ਕੌਣ ਹਿਸਾਬ ਮੰਗਣ ਵਾਲਾ? ਸਾਡੇ ਤੋਂ ਇੰਨੇ ਸਾਲ ਹੋ ਗਏ, ਸਾਨੂੰ ਮੋਦੀ ਖਾਨਾ ਚਲਾਉਂਦੇ ਆ, ਭਰੋਸਾ ਨਹੀਂ ਹੈ, ਤੂੰ ਕੌਣ ਹੈ? ਨਹੀਂ, ਹੱਥ ਜੋੜ ਕੇ ਕਹਿੰਦੇ ਚਲੋ ਜੀਜਾ ਜੀ ਚੱਲੀਏ। ਜੇ ਨਵਾਬ ਨੇ 1 ਸਾਲ ਦਾ ਹਿਸਾਬ ਮੰਗਿਆ ਤੇ ਸਾਨੂੰ ਦੇਣਾ ਚਾਹੀਦਾ ਹੈ। ਇਹ ਹੈ ਕਾਨੂੰਨ, ਇਹ ਹੈ ਕਾਇਦਾ, ਇਹ ਹੈ ਗੁਣ। ਜੇ ਕਿਸੇ ਤੋਂ ਉਧਾਰ ਲਿਆ ਨਾ, ਉਹਨੇ ਮੰਗ ਵੀ ਲਿਆ, ਗੁੱਸਾ ਨਾ ਕਰੋ, ਇਹਨੇ ਉਧਾਰ ਦਿੱਤਾ ਸੀ ਤੇ ਅੱਜ ਮੰਗ ਲਿਆ, ਕਿਹੋ ਜਿਹਾ ਬੰਦਾ ਨਾ। ਸ਼ੁਕਰ ਕਰੋ ਉਹਦਾ, ਮਾੜੇ ਸਮੇਂ ਤੁਹਾਡਾ ਕੰਮ ਸਾਰਿਆ, ਅੱਜ ਉਹਨੂੰ ਲੋੜ ਹੈ, ਉਹਨੂੰ ਮੰਗਣ ਤੋਂ ਪਹਿਲਾਂ ਦਿਓ। ਇਹ ਗੁਣ ਸਿਖਾ ਰਹੇ ਨੇ ਗੁਰੂ ਸਾਹਿਬ। ਕਥਾ ਸੁਣਨ ਦਾ ਭਾਵ ਇਹੀ ਹੁੰਦਾ ਹੈ। ਚਲੋ ਜੇ ਬਹੁਤਾ ਨਹੀਂ, ਇੰਨਾ ਕੀ ਖਿਆਲ 'ਚ ਰਹੇ ਜੀ ਸਾਡੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਨਵਾਬ ਵੱਲ ਵੇਖਿਆ ਨਾ, ਨਵਾਬ ਨੇ ਸਿਰ ਨਹੀਂ ਮੰਗ ਲਿਆ। ਪਰ ਗੁਰੂ ਸਾਹਿਬ ਨੀਚਾ ਵਿਖਾਉਣ ਨਹੀਂ ਆਏ, ਉਹ ਅੱਜ ਵੀ ਸਤਿਕਾਰ ਕਰਦੇ ਆ। ਦੋਨੇ ਹੱਥ ਜੋੜ ਨਵਾਬ ਦੇ ਸਾਹਮਣੇ ਖੜੇ ਹੋ ਗਏ। ਦੋਹਰ ਨਿੰਦਕ ਕੂਰੇ ਸਮਝ ਕੇ, ਦੌਲਤ ਖਾਨ ਨਰੇਸ਼, ਲੀਨੇ ਨਿਕਟ ਹਕਾਰ ਕੇ, ਕਮਲ ਨੈਣ ਜਗਤੀਸ਼। ਜਦੋਂ ਨਵਾਬ ਨੇ ਵੇਖਿਆ ਵੀ ਮਨਾ ਮੈਂ ਨਿੰਦਕਾਂ ਚੁਗਲਾਂ ਦੇ ਪਿੱਛੇ ਲੱਗ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕੀ ਨਹੀਂ ਸੋਚਿਆ, ਕੀ ਨਹੀਂ ਬੋਲਿਆ। ਇੱਥੋਂ ਤੱਕ ਕਹਿ ਗਿਆ ਸੀ, ਮੋਦੀ ਖਾਨੇ ਤੇ ਖੜਿਆ, ਕਹਿੰਦਾ ਇਹ ਕਾਹਦਾ ਵੇਚ ਰਹਿ ਗਿਆ, ਇਹਦਾ ਤੇ ਦਿਮਾਗ ਹਿੱਲ ਗਿਆ, ਇਹ ਝੱਲਾ ਹੋ ਗਿਆ ਇਹ ਉੱਥੇ ਜਾ ਕੇ। ਜਦੋਂ ਉਹ ਤੋਂ ਬਾਅਦ ਲੋਕਾਂ ਨੇ ਸੁਣਿਆ ਵੀ ਹੁਣ ਤੇ ਨਵਾਬ ਐਂਟੀ ਬੋਲਦਾ, ਬਹਿ ਗਿਆ ਕੇ। ਨਵਾਬ ਸਾਹਿਬ ਤੁਹਾਡੇ ਮੋਦੀ ਦੇ ਹਾਲ ਵੇਖੋ, ਤੁਹਾਡੇ ਤੋਂ ਡਰਦਾ ਲੁਕਿਆ ਫਿਰਦਾ ਹੈ, ਉਹ ਹਿਸਾਬ ਕਿਤਾਬ ਚੋਂ ਵਾਰੇ ਨਹੀਂ ਆ ਸਕਦਾ ਹੁਣ। ਤੇ ਨਵਾਬ ਕੋਲ ਕਰ ਗੱਲਾਂ ਦਾ ਮਨ ਭਟਕਾਤਾ। ਇਸ ਲਈ ਜਦ ਵੀ ਕੋਈ ਤੁਹਾਡੇ ਕੋਲ ਕਿਸੇ ਦੀ ਬੁਰਾਈ ਕਰੇ, ਆਪਣੇ ਮਨ ਨੂੰ ਸੰਜਮ 'ਚ ਰੱਖੋ,
ਵੀ ਇਹ ਬੰਦਾ ਮੈਨੂੰ ਉਕਸਾ ਕੇ ਮੇਰੇ ਤੋਂ ਕੀ ਕਰਵਾਉਣਾ ਚਾਹੁੰਦਾ ਹੈ। ਜਿੱਦਣ ਇਹ ਸਮਝ ਆ ਗਈ ਨਾ, ਲੈ ਦੁਨੀਆ ਤੇ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਕਈ ਵਾਰ ਅਸੀਂ ਅਕਾਰਨ ਵੈਰ ਪਾਇਆ ਹੁੰਦਾ ਕਿਸੇ ਨਾਲ, ਅਕਾਰਨ ਆਪਣੀ ਵੀ ਜ਼ਿੰਦਗੀ 'ਚ ਹੁੰਦਾ, ਸਭ ਦੀ। ਸਾਹਮਣੇ ਵਾਲੇ ਨੇ ਕਦੇ ਸਾਡੇ ਬਾਰੇ ਵਿਚਾਰੇ ਨੇ ਸੁਪਨੇ 'ਚ ਵੀ ਮਾੜਾ ਨਹੀਂ ਸੋਚਿਆ ਤੇ ਅਸੀਂ ਉਹਨੂੰ ਮਾਰਨ ਨੂੰ ਫਿਰਦੇ ਹੁੰਦੇ ਆ ਵੀ ਇਹਦਾ ਜੇ ਕੱਖ ਰਹਿ ਗਿਆ ਤੇ ਫਿਰ ਅਸੀਂ ਕਾਹਦੇ ਹੋਏ। ਪਰ ਪਿਆਰਿਓ, ਜ਼ਰੂਰੀ ਨਹੀਂ ਹੈ। ਆ ਵੇਖੋ, ਨਵਾਬ ਦੌਲਤ ਖਾਂ ਜੋ ਗੁਰੂ ਨਾਨਕ ਸਾਹਿਬ ਨੂੰ ਨੌਕਰੀ ਤੇ ਰੱਖੀ ਬੈਠਾ ਹੈ, ਜਿਹਨੇ ਸਤਿਗੁਰਾਂ ਨੂੰ ਇਹ ਨੌਕਰੀ ਦਿੱਤੀ, ਮੋਦੀ ਖਾਨਾ ਦਿੱਤਾ, ਕਿਉਂ ਬੁਰਾ ਸੋਚਦਾ ਹੈ? ਪਰ ਨਹੀਂ, ਦੁਨੀਆ ਨੇ ਲਿਆ ਕੇ ਕਿੱਥੇ ਖੜਾ ਕਰਤਾ ਨਵਾਬ ਨੂੰ। ਉਹੀ ਨਵਾਬ ਜਿਹੜਾ ਸਤਿਗੁਰਾਂ ਦਾ ਸਤਿਕਾਰ ਕਰਦਾ ਸੀ, ਅੱਜ ਗੁਰੂ ਸਾਹਿਬ ਨੂੰ ਕਿੰਨੀ ਵਾਰ ਕਹਿ ਗਿਆ ਹਿਸਾਬ ਦੇ ਦਿਓ, ਪਰ ਮਰਦ ਨਹੀਂ ਲੜੇ। ਸੱਚੇ ਪਾਤਸ਼ਾਹ ਮਾੜਾ ਨਹੀਂ ਬੋਲੇ। ਉਹਨਾਂ ਨੂੰ ਪਤਾ ਸੀ ਇਹ ਵਕਤੀ ਤੌਰ ਤੇ ਭਰਮਿਆ ਹੋਇਆ, ਆਪੀ ਜਦੋਂ ਸੱਚ ਸਾਹਮਣੇ ਆ ਜੂ ਚੁੱਪ ਹੋ ਜਾਊਗਾ। ਨਵਾਬ ਸ਼ਰਮਿੰਦਾ ਹੋਇਆ, ਉਹਨੇ ਚੁਗਲਖੋਰਾਂ ਵੱਲ ਅੱਖ ਭਰ ਕੇ ਵੇਖਿਆ ਵੀ ਇਹ ਤੁਹਾਡੀ ਕਰਤੂਤ ਹੈ, ਤੁਹਾਡੀ ਵਜ੍ਹਾ ਕਰਕੇ ਐਡੀ ਬਦਨਾਮੀ ਹੋਈ ਹੈ। ਆਖਰਕਾਰ ਸਮੇਂ ਦੇ ਨਵਾਬ ਨੇ ਉੱਠ ਕੇ ਗੁਰੂ ਸਾਹਿਬ ਕੋਲ ਆ ਕੇ ਹੱਥ ਜੋੜ ਕੇ ਆਖਿਆ, ਐ ਕਬਲ ਲੈਣ, ਕਬਲ ਸਰੀਖੇ ਨੇਤਰਾ ਵਾਲੇ ਸਤਿਗੁਰੂ, ਗੁਸਤਾਖੀ ਮਾਫ। ਨਵਾਬ ਕਹਿੰਦਾ ਹੁਣ ਜੇ ਵੱਡਾ ਬੰਦਾ ਮਾਫੀ ਮੰਗ ਲੇ, ਛੋਟਾ ਹੋ ਜਾਊਗਾ ਜੀ? ਨਹੀਂ, ਮਾਫੀ ਤੇ ਜ਼ਿੰਦਗੀ ਦਾ ਸ਼ਿੰਗਾਰ ਹੈ। ਵੱਡੇ ਵੱਡੇ ਲੋਕਾਂ ਦਾ ਵਡੱਪਣ ਹੁੰਦਾ ਹੈ, ਉਹ ਲੱਖਾਂ ਵਿੱਚ ਬੈਠੇ ਵੀ ਸੌਰੀ ਫੀਲ ਕਰ ਜਾਂਦੇ ਆ। ਵੱਡੇ ਲੋਕਾਂ ਭਗਤਾਂ ਦਾ ਜੀਵਨ ਪੜ੍ਹ ਕੇ ਵੇਖੋ, ਸੰਤਾਂ ਮਹਾਂਪੁਰਖਾਂ ਦਾ ਪੜ੍ਹ ਕੇ ਵੇਖੋ, ਗੁਰੂ ਕਲਗੀਧਰ ਜੀ ਦਾ ਜੀਵਨ ਪੜ੍ਹੋ। ਸੁਣਿਆ ਆਪ ਜੀ ਨੇ ਦਾਦੂ ਦੁਆਰੇ ਮਰਦ ਨੇ ਨਮਸਕਾਰ ਕੀਤੀ, ਖਾਲਸੇ ਨੇ ਘੇਰ ਲਿਆ, ਕਹਿੰਦੇ ਮਹਾਰਾਜ ਕਿੱਧਰ ਚੱਲੇ, ਇੱਧਰ ਆ ਜਾਓ, ਤੁਸੀਂ ਮੱਥਾ ਟੇਕੇ ਸਮਾਧ ਵੱਲ ਨਮਸਕਾਰ ਕੀਤੀ ਹੈ। ਮਰਦ ਕਹਿੰਦੇ ਖਾਲਸਾ ਜੀ ਮੈਨੂੰ ਮਾਫ ਕਰਿਓ, ਮੈਂ ਚਾਹ ਕੇ ਤਾਂ ਨਹੀਂ ਮੱਥਾ ਟੇਕਿਆ, ਜੇ ਗਲਤੀ ਹੋ ਗਈ ਤੇ ਬਖਸ਼ਿਓ। ਕੀ ਹੁਣ ਗੁਰੂ ਗੋਬਿੰਦ ਸਿੰਘ ਛੋਟੇ ਹੋ ਗਏ ਜੀ? ਨਹੀਂ, ਕੱਦ ਹੋਰ ਵੱਡਾ ਹੋ ਗਿਆ ਖਾਲਸੇ ਸਾਹਮਣੇ। ਨਿਮਰਤਾ ਮਨੁੱਖ ਨੂੰ ਵੱਡਾ ਬਣਾਉਂਦੀ, ਨਿਮਰਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਮਿਲਦੀ ਹੈ। ਵੇਖੋ ਕਿੰਨੀ ਹੈ। ਜਦੋਂ ਨਵਾਬ ਨੇ ਹੱਥ ਜੋੜੇ, ਮਰਦ ਨੇ ਹੱਥ ਜੋੜ ਲਏ, ਕਹਿੰਦੇ ਨਹੀਂ ਨਵਾਬ ਸਾਹਿਬ, ਐਸਾ ਨਹੀਂ ਹੈ, ਐਸੀ ਕੋਈ ਗੱਲ ਨਹੀਂ ਹੈ। ਉਹ ਕਹਿੰਦੇ ਮੈਨੂੰ ਲੋਕਾਂ ਦੀਆਂ ਗੱਲਾਂ ਨੇ ਭਟਕਾਇਆ। ਕਹਿੰਦੇ ਫਿਰ ਕੀ ਹੋ ਗਿਆ? ਹੋਇਆ ਕੀ ਹੈ? ਕੋਈ ਤੁਹਾਡੇ ਬਾਰੇ ਮਾੜਾ ਕਹਿ ਗਿਆ, ਮਾੜੇ ਸ਼ਬਦ ਬੋਲ ਗਿਆ ਤਾਂ ਕੀ ਹੋ ਗਿਆ? ਗਹਿਣੇ ਲਾ ਕੇ ਲੈ ਗਿਆ। ਇਹ ਤੇ ਸਾਡੀ ਸੋਚ ਹੈ ਨਾ, ਅਸੀਂ ਆਪਣੀ ਸੋਚ ਤੇ ਭਾਰ ਰੱਖ ਲਿਆ, ਅਗਲਾ ਭੁੱਲ ਭੱਲ ਜਾਂਦਾ ਸਾਰਾ ਕੁਝ। ਨਾ ਰਾਤ ਨੂੰ ਨੀਂਦ ਆਵੇ, ਨਾ ਦਿਨੇ ਚੈਨ ਆਵੇ, ਨਾ ਖਾਣਾ ਚੰਗਾ ਲੱਗੇ, ਨਾ ਪੀਣਾ ਭਾਵੇ। ਹਾਏ ਉਹਨੇ ਮੈਨੂੰ ਏਦਾਂ ਕਹਿਤਾ, ਚਾਰ ਲੋਕਾਂ ਸਾਹਮਣੇ ਕਹਿਤਾ, ਸੋਚਦਾ ਨਾ ਬੰਦਾ। ਤੇ ਆਪਾਂ ਸਿੱਖ ਬਣੇ ਆ, ਸਿੱਖੀ ਦੇ ਰਾਹ ਤੇ ਚੱਲਦੇ ਆ। ਆਹੀ ਚੀਜ਼ਾਂ ਤੇ ਸਿੱਖਣ ਵਾਲੀਆਂ ਨੇ। ਸਾਨੂੰ 10 ਬੰਦਿਆਂ 'ਚ ਖੜ ਕੇ ਵੀ ਕੋਈ ਗਾਲਾਂ ਕੱਢ ਦੇ, ਹੱਸ ਕੇ ਸਾਰ ਦਿਓ, ਇੱਜ਼ਤ ਕਰੋ। ਹਾਂ, ਜੇ ਕੋਈ ਤੁਹਾਡੀ ਇੱਜ਼ਤ ਲਾਉਣ ਦੀ ਆ ਜੇ, ਬੇਤਰਤੀਬਾ ਕੰਮ ਕਰੇ, ਇੱਕ ਵਾਰ ਨਹੀਂ ਬਾਰ-ਬਾਰ ਕਰੇ, ਬਸ ਫਿਰ ਛਾਂਗ ਦਿਓ, ਆਖੋ ਸਤਿਨਾਮ, ਪਰਵਾਹ ਨਹੀਂ ਕਰਨੀ। ਫਿਰ ਗਾਂਧੀ ਵਾਂਗੂ ਨਹੀਂ ਵੀ ਇੱਧਰ ਥੱਪੜ ਮਾਰ, ਹੁਣ ਥੱਪੜ ਖਾਣ ਵਾਲਾ ਖਾਲਸਾ ਨਹੀਂ ਹੈ, ਠੋਕਰ ਵਾਲਾ ਹੈ, ਚਪੇੜਾ ਲਾਉਣ ਵਾਲਾ ਹੈ, ਪਰ ਕਦੇ ਕਿਸੇ ਨੂੰ ਮਾੜਾ ਨਹੀਂ ਕਹਿਣਾ। ਕੋਈ ਤੁਹਾਨੂੰ ਮਾੜਾ ਕਹਿੰਦਾ ਨਹੀਂ ਜਾਂ ਫਿਰ ਕੀ ਹੋ ਗਿਆ? ਕੀ ਕਰ ਲੂ ਕੋਈ ਮਾੜਾ ਕਹੇ? ਮਾੜਾ ਹੀ ਉਹ ਬੋਲਦਾ ਹੈ ਜੋ ਤੁਹਾਡਾ ਕੁਝ ਕਰ ਨਹੀਂ ਸਕਦਾ। ਜੋ ਇਨਸਾਨ ਚਾਹ ਕੇ ਵੀ ਤੁਹਾਡਾ ਬੁਰਾ ਨਹੀਂ ਕਰ ਸਕਦਾ, ਉਹ ਆਪਣੀ ਜ਼ੁਬਾਨ ਗੰਦਲੀ ਕਰ ਸਕਦਾ। ਸਮੇਂ ਦੇ ਲੋਕਾਂ ਨੇ, ਮੂਰਖਾਂ ਨੇ, ਕਹਿੰਦੇ ਮੂਰਖਤਾ ਦੀ ਝੱਖ ਮਾਰੀ ਕਿ ਗੁਰੂ ਸਾਹਿਬ ਨੇ ਆਖਿਆ ਨਵਾਬ ਸਾਹਿਬ ਇਹਨਾਂ ਨੂੰ ਇੱਥੋਂ ਕੱਢੋ ਜੀ, ਸੁਲਤਾਨਪੁਰ ਲੋਧੀ ਤੋਂ ਮੈਂ ਤਾਂ ਮੋਦੀ ਖਾਨਾ ਕਰੂੰ। ਵੀ ਇਹਨਾਂ ਲੋਕਾਂ ਨੇ ਤੇ ਮੇਰੀ ਕਈ ਵਾਰ ਨਿੰਦਿਆ ਕਰਕੇ ਤੁਹਾਡੇ ਨਾਲ ਵਿਗੜਾਈ ਹੈ। ਕਹਿੰਦੇ ਨਹੀਂ, ਇਹਨਾਂ ਦਾ ਵੀ ਭਲਾ ਹੋਵੇ। ਕਬਿਤ ਹੋਇਓ ਹੈ ਹਿਸਾਬ ਜਬ, ਭਨਤ ਨਿਭਾਵ ਤਬ, ਲੀਜੈ ਨਿਜ ਬਾਕੀ ਅਬਕਾਰ ਪੁੰਨ ਕੀਜੀਏ। ਸ਼ਰਮਿੰਦਗੀ ਤੇ ਹਰ ਇਨਸਾਨ ਨੂੰ ਹੁੰਦੀ ਹੈ ਜਿਹਨੇ ਕਿਸੇ ਨਾਲ ਧੱਕਾ ਕੀਤਾ ਹੁੰਦਾ, ਬੇਵਜ੍ਹਾ ਕਿਸੇ ਨੂੰ ਮਾੜਾ ਗਿਣਿਆ ਹੁੰਦਾ, ਸਮਝਿਆ ਹੁੰਦਾ। ਨਵਾਬ ਨੇ ਸਮਝ ਲਿਆ ਸੀ ਨਾ ਗੁਰੂ ਸਾਹਿਬ ਨੂੰ ਵੀ ਇਹਨੇ ਮੈਨੂੰ ਘਾਟਾ ਪਾਤਾ, ਇਹ ਸੱਚਮੁੱਚ ਹੀ ਇਹੋ ਜਿਹਾ ਹੈ। ਉਹ ਨਵਾਬ ਮਹਾਰਾਜ ਕੋਲ ਬੈਠਾ ਨੂੰ ਬੜੇ ਪਿਆਰ ਦੀਆਂ ਗੱਲਾਂ ਕਰਦਾ, ਅੰਦਰ ਸ਼ਰਮਿੰਦਗੀ ਹੈ। ਵੇਖੋ ਜਿਹੜਾ ਇਨਸਾਨ ਹੋਏਗਾ ਉਹਨੂੰ ਪਛਤਾਵਾ ਜ਼ਰੂਰ ਹੋਏਗਾ। ਜੋ ਹੈ ਹੀ ਸ਼ੈਤਾਨ ਹੈ, ਉਹਨੂੰ ਕਾਹਦਾ ਪਛਤਾਵਾ? ਉਹ ਤੇ ਬੰਦਾ ਮਾਰ ਕੇ ਵੀ ਕਹਿੰਦਾ ਮੈਨੂੰ ਪਛਤਾਵਾ ਨਹੀਂ। ਬੜੇ ਲੋਕ ਵੇਖੇ ਜੇਲ੍ਹਾਂ 'ਚ ਬੈਠੇ, ਪੁੱਛੋ ਤੈਨੂੰ ਕੋਈ ਦੁੱਖ ਹੈ? ਕਹਿੰਦਾ ਨਾ, ਮੈਨੂੰ ਕਾਹਦਾ ਫਰਕ ਹੈ। ਜਿਹੜਾ ਇਨਸਾਨ ਹੈ, ਮਾੜੀ ਜੀ ਗਲਤੀ ਹੋਈ, ਗਲਤੀ ਕਿਸੇ ਦੀ ਸੀ, ਬੋਲੇ ਮਾੜਾ ਬੈਠਾ, ਉਹ ਰਾਤ ਨੂੰ ਨਹੀਂ ਸੌਂਦਾ, ਮਾਫੀਆਂ ਮੰਗਦਾ ਫਿਰਦਾ, ਮਾਫ ਕਰੀ ਭਾਈ, ਗਲਤੀ ਹੋ ਗਈ, ਗਲਤ ਬੋਲਿਆ ਗਿਆ, ਗੱਲ ਤੇ ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਤੋਂ ਬਾਰ-ਬਾਰ ਮਾਫੀਆਂ ਮੰਗੇ, ਮਹਾਰਾਜ ਕਹਿੰਦੇ ਨਹੀਂ ਭਾਈ ਕੋਈ ਮਾਫੀ। ਆਖਰਕਾਰ ਉਹਨੇ ਆਪਣੇ ਖਜ਼ਾਨਚੀ ਨੂੰ ਹੁਕਮ ਕੀਤਾ
ਵੀ ਗੁਰੂ ਨਾਨਕ ਸਾਹਿਬ ਜੀ ਨੂੰ 760 ਰੁਪਏ ਲਿਆ ਕੇ ਹੁਣੇ ਦਿੱਤੇ ਜਾਣ। ਕਿਉਂ ਕਰ ਰਿਹਾ ਏਦਾਂ ਕਾਲੀ? ਕਿਉਂਕਿ ਨਵਾਬ ਨੂੰ ਪਤਾ ਮੈਥੋਂ ਗਲਤੀ ਹੋ ਗਈ, ਮੈਂ ਗੁਰੂ ਸਾਹਿਬ ਨੂੰ ਮਾੜੇ ਸ਼ਬਦ ਬੋਲੇ ਆ। ਉਹ ਭੂਤਨਾ ਕਹਿੰਦਾ ਸੀ, ਮਹਾਰਾਜ ਕਹਿੰਦਾ ਸੀ, ਉਹ ਅੱਗੇ ਵੀ ਜ਼ਿਕਰ ਆ ਜਾਣਾ ਸਾਰਾ। ਲੋਕਾਂ ਜਦੋਂ ਲੋਕ ਨਿੰਦਿਆ ਕਰਦੇ ਸੀ ਤੇ ਨਵਾਬ ਵੀ ਕਰਦਾ ਸੀ, ਕਹਿੰਦਾ ਉਹ ਕਹਿੰਦਾ ਠੀਕ ਹੈ, ਝੱਲਾ ਹੋਇਆ ਮੋਦੀ ਖਾਨਾ ਲਟਾਉਂਦਾ, ਲਟਾਈ ਜਾਣ ਦੇ ਹਿਸਾਬ ਲਵਾਂਗੇ, ਆਪੀ ਪਤਾ ਲੱਗ ਜੂ। ਇਹ ਲੋਕਾਂ ਦੀਆਂ ਗੱਲਾਂ ਸੀ, ਭਰਮਿਆ ਹੋਇਆ ਸੀ। ਪਰ ਅੱਜ ਭਰਮ ਦੂਰ ਹੋ ਗਿਆ ਜਦ ਅੱਖਾਂ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਚੋਜ ਲਿਖਿਆ 760 ਮਰਦ ਸਾਹਮਣੇ ਰੱਖ ਕੇ ਕਹਿੰਦਾ, ਮਹਾਰਾਜ ਮੈਂ ਆਸ ਕਰਾਂਗਾ ਤੁਸੀਂ ਮੋਦੀ ਖਾਨਾ ਹੋਰ ਵਧਾਓ। ਹੋ ਕੀ ਰਿਹਾ ਜੀ? ਲੋਕੀ ਕੀ ਚਾਹੁੰਦੇ ਸੀ? ਲੋਕ ਚਾਹੁੰਦੇ ਸੀ ਮੋਦੀ ਖਾਨੇ ਨੂੰ ਤਾਲਾ ਲੱਗਿਆ, ਵਧੀਆ ਲੱਗਿਆ, ਬਹੁਤ ਚੰਗਾ ਹੋ ਗਿਆ, ਬੰਦ ਹੋ ਗਿਆ। ਤੇ ਸਮੇਂ ਦਾ ਨਵਾਬ ਹੁਣ ਕੀ ਚਾਹੁੰਦਾ? ਜਿਹੜਾ ਕੱਲ ਤੱਕ ਸੋਚਦਾ ਸੀ ਮੋਦੀ ਖਾਨਾ ਬੰਦ ਕਰਨ, ਹਿਸਾਬ ਕਿਤਾਬ ਦੇਣ ਸਾਹਿਬ ਦਾ ਲਟਾ ਰਹੇ ਆ। ਅੱਜ ਉਹੀ ਆਪਣੀ ਜ਼ਬਾਨੋਂ ਕਹਿੰਦਾ, ਮਹਾਰਾਜ ਮੋਦੀ ਖਾਨਾ ਹੋਰ ਵੱਡਾ ਕਰ ਦਿਓ। ਮਤਲਬ ਕਿਤੇ ਨਾ ਕਿਤੇ ਸ਼ਰਮਿੰਦਗੀ ਹੋਈ ਸੀ, ਪਛਤਾਵਾ ਹੋਇਆ। ਜ਼ਿੰਦਗੀ 'ਚ ਪਛਤਾਵਾ ਕਰ ਲੈਣਾ ਚਾਹੀਦਾ ਹੈ। ਇੱਕ ਕੀਤਾ ਹੋਇਆ ਪਛਤਾਵਾ ਲੱਖਾਂ ਗੁਨਾਹਾਂ ਨੂੰ ਮਨ ਤੋਂ ਲਾ ਦਿੰਦਾ ਹੈ। ਲੱਖਾਂ ਗੁਨਾਹਾਂ। ਜਿਸ ਇਨਸਾਨ ਵਿੱਚ ਆਪਣੇ ਕੀਤੇ ਕਰਮਾਂ ਦਾ ਪਛਤਾਤਾਪ ਨਹੀਂ ਨਾ, ਉਹ ਇਨਸਾਨ ਤਾਂ ਛੱਡੋ, ਰੱਬ ਦਾ ਪਿਆਰਾ ਤੇ ਛੱਡੋ, ਤੇ ਭੂਤ ਵੀ ਨਹੀਂ ਹੈ, ਉੱਥੇ ਪ੍ਰੇਤ ਵੀ ਨਹੀਂ ਹੈ। ਪਛਤਾਤਾਪ ਹੋਣਾ ਚਾਹੀਦਾ। ਜੇ ਕੋਈ ਗਲਤ ਕੰਮ ਹੋ ਗਿਆ, ਗੁਰੂ ਅੱਗੇ ਮਾਫੀ ਮੰਗੋ, ਵਰਨਾ ਸੰਸਾਰ ਜਿਹਦੇ ਸਾਹਮਣੇ ਹੋਈ ਉਹ ਤੋਂ ਮੰਗ ਲਓ, ਫਿਰ ਕੀ ਫਰਕ ਪੈ ਗਿਆ? ਗੁਰੂ ਤੇ ਗੁਰੂ ਦੇ ਪਿਆਰੇ ਸਦਾ ਬਖਸ਼ੇ ਹੁੰਦੇ ਆ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ, ਨਵਾਬ ਸਾਹਿਬ ਸਾਨੂੰ ਨਹੀਂ ਚਾਹੀਦੇ ਕਿ ਇਹ ਪੈਸੇ। ਨਵਾਬ ਦੀ ਅੱਖ ਭਰ ਆਈ। ਨਵਾਬ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੀ ਵੱਲ ਵੇਖਦਾ ਹੈ, ਕਹਿੰਦੇ ਪੁਰਾਣੀ ਦੀ ਖੱਫਣੀ ਪਾਈ ਹੋਈ ਹੈ, ਸੁਬਾਹ ਸਿਰ ਤੋਂ ਪੈਰਾਂ ਤੱਕ। ਇਹ ਉਹੀ ਨਵਾਬ ਆ ਜਿਹੜਾ ਮਰਦ ਨੂੰ ਵੇਖ ਕੇ ਹੱਸ ਪਿਆ ਸੀ ਵੀ ਕਿਆ ਇਹਨਾਂ ਨੇ ਰੂਪ ਰੰਗ ਬਣਾ ਲਿਆ, ਕੀ ਬਣਾਇਆ ਹੋਇਆ। ਕੱਪੜੇ ਵੇਖੇ ਸੀ ਨਾ, ਅੱਜ ਵੇਖਦਾ ਹੈ, ਸੂਰਤ ਨਹੀਂ ਸੀਰਤ ਵੇਖਦਾ ਹੈ। ਅੰਦਰ ਕਿੰਨਾ ਪਿਆਰਾ ਹੈ। ਇੰਨਾ ਕੁਝ ਹੋਣ ਤੋਂ ਬਾਅਦ ਵੀ ਸਤਿਗੁਰ ਸਤਿਕਾਰ ਕਰਦੇ ਨੇ। ਦੇਵੋ ਧਨ ਔਰ ਤੁਮ ਰਹੋਏ ਠੋਰ, ਵਾਦਾ ਹੋਏ ਜੋ ਬਹੋਰ, ਬਿਨ ਦੇਰ ਔਰ ਲੀਜੀਏ। ਅੱਗੇ ਤੇ ਭਾਈ ਬਾਲਾ ਦੀ ਸਤਿਗੁਰਾਂ ਦਾ ਬਚਨ ਮੰਨ ਕੇ ਮਾਇਆ ਚੁੱਕ ਥੈਲੇ 'ਚ ਪਾ ਲੈਂਦੀ ਸੀ। ਅੱਜ ਭਾਈ ਬਾਲਾ ਦੀ ਨਹੀਂ ਉੱਠੇ ਨਾ, ਗੁਰੂ ਸਾਹਿਬ ਨੇ ਕਿਹਾ ਵੀ ਮਾਇਆ ਚੁੱਕ ਲਓ। ਨਵਾਬ ਕਹਿੰਦਾ ਹੈ, ਮੈਂ ਆਸ ਕਰਾਂ ਤੁਸੀਂ ਇਸ ਮਾਇਆ ਨੂੰ ਆਪਣੇ ਕੋਲ ਰੱਖੋਗੇ, ਅੱਗੇ ਤੋਂ ਮੋਦੀ ਖਾਨਾ ਹੋਰ ਵਧੀਆ ਚਲਾਓਗੇ, ਤੇ ਜਿੰਨਾ ਵਾਧਾ ਮਰਜ ਹੋਏਗਾ ਮੈਂ ਤੁਹਾਨੂੰ ਨਾਲ ਦੀ ਨਾਲ ਦੇ ਦੂੰਗਾ। ਆਸਵੰਦ ਸੀ ਉਹ ਗੁਰੂ ਸਾਹਿਬ ਵੀ ਮੋਦੀ ਖਾਨਾ ਹੋਰ ਚੱਲੇਗੀ, ਚਲਾਉਣਾ ਚਾਹੁੰਦਾ ਸੀ। ਦੁਨੀਆ ਦੇ ਵਿੱਚ ਬੜੇ ਲੋਕ ਨੇ, ਚੰਗੇ ਕੰਮ ਕਰਨੇ ਚਾਹੁੰਦੇ ਨੇ, ਪਰ ਇਹ ਚੰਦਰਾ ਜ਼ਮਾਨਾ ਨਹੀਂ ਕਰਨ ਦਿੰਦਾ। ਕਈ ਵਾਰ ਬੰਦਾ ਸੋਚਦਾ ਮੈਂ ਇਨਸਾਨੀਅਤ ਦੇ ਕੰਮ ਕਰਨੇ ਆ, ਲੋਕੀ ਉਹਨੂੰ ਚੋਰ ਸਿੱਧ ਕਰ ਦਿੰਦੇ ਆ, ਠੱਗ ਬਣਾ ਦਿੰਦੇ ਆ, ਉਹਦੇ ਸੁਪਨੇ 'ਚ ਵੀ ਨਹੀਂ ਹੁੰਦਾ। ਚਲੋ ਇੱਕ ਤੇ ਠੱਗ ਹੈ ਜਿਹਨੇ ਠੱਗੀ ਵਾਸਤੇ ਕੰਮ ਸ਼ੁਰੂ ਕੀਤਾ, ਸਾਰੇ ਥੋੜਾ ਹੁੰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਲੋਕਾਂ ਨੇ ਕੀ ਨਹੀਂ ਬੋਲਿਆ, ਜਦ ਸਮੇਂ ਦੇ ਨਵਾਬ ਨੇ ਕਿਹਾ ਮਰ ਜੇ ਸ਼ੁਰੂ ਕਰੋ, ਉਹਨੇ ਕਿਉਂ ਕਿਹਾ? ਉਹਨੇ ਵੇਖ ਲਿਆ ਵੀ ਲਿਬਾਸ ਕਿਹੋ ਜਿਹਾ ਪਾਇਆ। ਮਤਲਬ ਜਿਹੜੇ ਘਰ-ਬਾਰ ਛੱਡ ਗਏ ਮੋਦੀ ਖਾਨਾ ਕੀ ਕਰਨਗੇ? ਆਖੋ ਸਤਿਨਾਮ। ਜੇ ਇਹਨਾਂ ਮੋਦੀ ਖਾਨਾ ਲੁਟਾਇਆ ਮਤਲਬ ਤੇ ਸਿੱਧਾ ਵੀ ਇਹ ਨਹੀਂ ਰਹਿਣਾ ਚਾਹੁੰਦੇ। ਨਵਾਬ ਸਮਝਦਾਰ ਹੈ, ਉਹ ਰਾਜਨੀਤਿਕ ਬੰਦਾ ਹੈ, ਉਹਨੇ ਵੇਖ ਲਿਆ ਸੀ ਕਿ ਗੁਰੂ ਸਾਹਿਬ ਨੂੰ ਨਹੀਂ ਕੰਮ ਕਰਨਾ। ਇਸੇ ਕਰਕੇ ਉਹ ਬੇਨਤੀ ਕਰਦਾ ਏ, ਬਾਬੇ ਤਬ ਕਹੇ ਧਨ ਲੇਵੋ ਅਬ ਨਹੀਂ, ਜੋ ਬਾਕੀ ਸਭ ਰਹੇ ਤਾਂ ਕੀ ਬਾਤ ਜੋ ਸੁਣੀਜੀਏ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਪਾਤਸ਼ਾਹ ਮੇਰੇ ਬਾਬੇ ਨੇ ਫਿਰ ਆਖਿਆ। ਗੁਰੂ ਨਾਨਕ ਸਾਹਿਬ ਨੂੰ ਬਾਬਾ ਜੀ ਕਹਿੰਦੇ ਸੀ ਭਾਈ ਬਾਲਾ ਜੀ। ਬਾਬਾ ਇੱਥੇ ਤੇ ਮੇਰੇ ਵਰਗੇ ਨੂੰ ਕਹੀ ਜਾਂਦੇ ਲੋਕੀ, ਬਾਬਾ ਕਹਾਉਣਾ ਖੇਡ ਨਹੀਂ ਹੈ। ਚਲੋ ਇੱਕ ਸਾਡੀ ਸੰਸਕ੍ਰਿਤੀ ਆ, ਬਜ਼ੁਰਗਾਂ ਨੂੰ ਬਾਬਾ ਕਹਿ ਦਿੰਦਾ, ਪਰ ਬਾਬਾ ਸੀ ਬਾਬਾ ਬੁੱਢਾ, ਤੇ ਬਾਬਾ ਸੀ ਬਾਬਾ ਨਾਨਕ। ਬਾਬਾ ਸ਼ਬਦ ਅੱਜ ਵੀ ਲੈਂਦੇ, ਪੰਜਾਬ ਜਾਓਗੇ ਨਾ ਤੁਸੀਂ ਕਹੋਗੇ ਗੁਰੂ ਨਾਨਕ ਸਾਹਿਬ, ਉਹ ਕਹਿੰਦੇ ਨਹੀਂ ਬਾਬਾ ਗੁਰੂ ਨਾਨਕ। ਜਾਓ ਪਾਕਿਸਤਾਨ ਪਤਾ ਕਰੋ, ਬਾਬਾ ਗੁਰੂ ਨਾਨਕ ਕਹਿੰਦੇ ਆ। ਬਾਬਾ ਸਤਿਕਾਰਯੋਗ ਸ਼ਬਦ ਹੈ, ਕੇਵਲ ਗੁਰੂ ਨਾਲ ਲੱਗਿਆ ਇਹ ਸ਼ਬਦ ਗੁਰਬਾਣੀ ਵਿੱਚ ਸੰਤ ਅਤੇ ਬਾਬਾ। ਤੇ ਅੱਜ ਲੋਕਾਂ ਨੇ, ਮੈਂ ਕਹਿੰਦਾ ਬੋਲ ਇਹੋ ਜਿਹੇ ਸ਼ਬਦ ਬਣਾਤੇ। ਗੁਰਬਾਣੀ ਸੰਤਾਂ ਦੀ ਸਿਫਤ ਕਰਦੀ ਤੇ ਅਸੀਂ ਸੰਤਾਂ ਦੀ ਭੱਟੀ ਕਰਨ ਲੱਗੇ। ਗੁਰਬਾਣੀ ਬਾਬਾ ਸ਼ਬਦ ਨੂੰ ਪੂਜ ਰਹੀ ਹੈ, ਅਸੀਂ ਬਾਬਾ ਸ਼ਬਦ ਦਾ ਨਿਰਾਦਰ ਕਰਨ ਲੱਗੇ ਹੋਏ ਆ। ਕਿਹਨਾਂ ਨਾਲ ਜੋੜਿਆ? ਅਸੀਂ ਆਮ ਲੋਕਾਂ ਨਾਲ ਜੋੜਿਆ।
ਪਰ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਆਖਿਆ, ਕਹਿੰਦੇ ਉਦੋਂ ਮੇਰੇ ਬਾਬੇ ਨੇ ਆਖਿਆ, ਬਾਬਾ ਸ਼ਬਦ ਤੇ ਸ਼ੱਕ ਨਾ ਹੋਵੇ, ਭਾਈ ਗੁਰਦਾਸ ਲਿਖਦੇ ਆ, ਜਾਹਰ ਪੀਰ ਜਗਤ ਗੁਰ ਬਾਬਾ, ਮੇਰਾ ਗੁਰੂ ਬਾਬਾ। ਗੁਰੂ ਨਾਨਕ ਸਾਹਿਬ ਨੂੰ ਅਰਬ ਦੇ ਵਿੱਚ ਵੀ ਗੁਰੂ ਸਾਹਿਬ ਨੂੰ ਗੁਰੂ ਬਾਬਾ ਕਹਿੰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਨਵਾਬ ਸਾਹਿਬ ਦੋਨੋਂ ਹੱਥ ਜੋੜੇ ਆ, ਮੈਨੂੰ ਇਹ 760 ਨਹੀਂ ਚਾਹੀਦੇ, ਆਖੋ ਸਤਨਾਮ। ਕੋਈ ਹੈ ਜੀ ਅੱਜ ਦੇ ਸਮੇਂ ਲੱਖਾਂ ਰੁਪਇਆ ਸਾਹਮਣੇ ਪਿਆ ਹੋਵੇ ਤੇ ਆਪਣੇ ਹੱਕ ਦਾ ਆਖੇ ਮੈਨੂੰ ਨਹੀਂ ਚਾਹੀਦੀ, ਅਸੀਂ ਤੇ ਕਹਿੰਦੇ ਆ ਬਈ ਤੇਰੇ ਵਾਲੇ ਵੀ ਸਾਡੇ ਕੋਲ ਆ ਜਾਣ, ਤੇਰੀ ਕਮਾਈ ਤੇਰੀ ਜ਼ਮੀਨ ਸਾਡੇ ਕੋਲ ਆ ਜੇ, ਅਸੀਂ ਤੇ ਇੱਥੇ ਖੜੇ। ਪਰ ਗੁਰੂ ਸਾਹਿਬ ਆਖਣ ਲੱਗੇ, ਨਵਾਬ ਸਾਹਿਬ ਮੈਨੂੰ ਇਹ ਮਾਇਆ ਨਹੀਂ ਚਾਹੀਦੀ, ਮੈਨੂੰ ਇਸ ਦੀ ਲੋੜ ਨਹੀਂ ਹੈ, ਸ਼ੁਕਰਗੁਜ਼ਾਰ ਹਾਂ ਤੁਹਾਡਾ, ਤੁਸੀਂ ਮੈਨੂੰ ਮੋਦੀ ਖਾਨੇ ਦੇ ਲਾਇਕ ਸਮਝਿਆ। ਅੱਖਾਂ ਨਾ ਹੋ ਗਈਆਂ ਸੀ ਨਵਾਬ ਦੌਲਤ ਖਾਨ ਦੀਆਂ। ਇਹੀ ਨਵਾਬ ਹੈ ਜਿਹੜਾ ਕੱਲ ਤੱਕ ਗੁਰੂ ਸਾਹਿਬ ਨੂੰ ਭੂਤਨਾ ਕਹਿੰਦਾ ਸੀ, ਝੱਲਾ ਕਹਿੰਦਾ ਸੀ, ਸ਼ਰਾਰਤੀ ਕਹਿੰਦਾ ਸੀ, ਪਖੰਡੀ ਆਖਦਾ ਸੀ। ਸੱਚੀ ਇਨਸਾਨ ਮਾੜਾ ਨਹੀਂ ਹੁੰਦਾ, ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ, ਹਰ ਇਨਸਾਨ ਜਜ਼ਬਾਤੀ ਤੇ ਭਾਵੁਕ ਹੁੰਦਾ ਹੈ। ਉਹ ਇੱਕ ਮੁਸਲਮਾਨ ਸੀ ਨਵਾਬ ਸਾਹਿਬ, ਜਜ਼ਬਾਤੀ ਹੋ ਜਾਂਦੇ ਸੀ, ਛੇਤੀ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਸੀ, ਪਰ ਬਾਅਦ ਚੋਂ ਟਿਕਾਣੇ ਨਹੀਂ ਪਹੁੰਚ ਜਾਂਦੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਕਹਿੰਦੇ, ਮਹਾਰਾਜ ਕਿਉਂ? ਸਤਿਗੁਰੂ ਕਹਿੰਦੇ ਨਹੀਂ ਚਾਹੀਦੇ, ਸਾਨੂੰ ਇਸ ਮਾਇਆ ਦੀ ਹੁਣ ਕੋਈ ਜ਼ਰੂਰਤ ਨਹੀਂ। ਰਾਖੀਏ ਈਮਾਨ ਥਾਏ ਆਪਨੋ ਨਿਭਾਵ ਰਾਏ, ਪੈਸੇ ਹੈ ਖੁਦਾਏ ਕੋ ਫਕੀਰਨ ਕੋ ਦੀਜੀਏ। ਗੁਰੂ ਸਾਹਿਬ ਆਖਣ ਲੱਗੇ, ਨਵਾਬ ਸਾਹਿਬ ਤੁਸੀਂ ਈਮਾਨ ਰੱਖਦੇ ਹੋ? ਈਮਾਨ ਕਹਿੰਦਾ ਹਾਂਜੀ, ਸੱਚੀ ਗੱਲ ਹੈ। ਕਦੇ ਮੁਸਲਮਾਨ ਵੀਰਾਂ ਕੋਲ ਬਹਿ ਕੇ ਵੇਖਿਓ, ਮੈਂ ਬੜਾ ਗਰੀਬ ਹੋ ਕੇ ਵੇਖਿਆ, ਆਪਣੇ ਕੁਝ ਸਿੱਖਾਂ ਨੂੰ ਛੱਡ ਕੇ ਜੀਵਨ ਵਾਲਿਆ, ਬੁਰਾ ਹੀ ਹਾਲ ਆ ਸਾਡਾ। ਤੇ ਮੈਂ ਕਹਿੰਦਾ ਮੇਰੇ ਵਰਗੇ ਨੇ ਜਿਹਨੇ ਚੌੜਾ ਗਾਤਰਾ ਪਾਇਆ, ਕਿਤੇ ਦੁਕਾਨ ਖੋਲੀ, ਉਹ ਕਹਿੰਦਾ ਲੈ ਸਾਮੀ ਆ ਗਈ 20 ਵਾਲੀ ਚੀਜ਼ 40 ਚ ਵੇਚੋ। ਸਾਡਾ ਤਾਂ ਹਾਲ ਹੈ। ਕਈ ਗੁਰਸਿੱਖ ਹੈਗੇ ਆ, ਸਤਿਕਾਰ ਵਾਲੇ ਹੈਗੇ ਆ, ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਮੈਨੂੰ ਇਹ ਮਾਇਆ ਨਹੀਂ ਚਾਹੀਦੀ, ਤੁਹਾਡੇ ਕੋਲ ਈਮਾਨ ਹੈ? ਇਸਲਾਮ ਦੇ ਵਿੱਚ ਈਮਾਨ ਸ਼ਬਦ ਕਹਿੰਦੇ ਆ ਧਰਮ, ਬੇਧਰਮੇ ਨੂੰ ਕਹਿੰਦੇ ਆ ਬੇਈਮਾਨ, ਜਿਹਨੂੰ ਬੇਈਮਾਨ ਕਹਿ ਦਿੰਦੇ ਆ ਵੀ ਇਹ ਬੰਦਾ ਬੇਈਮਾਨ ਹੈ ਜੀ। ਬੇਈਮਾਨ ਮਤਲਬ ਇਹਦਾ ਕੋਈ ਦੀਨ ਧਰਮ ਹੈ ਹੀ ਨਹੀਂ, ਇਹ ਅੱਜ ਕਿਤੇ ਬੈਠਾ ਕੱਲ ਕਿਤੇ ਬੈਠਾ, ਇੱਥੇ ਕੁਛ ਕਹਿ ਦੂ ਉੱਤੇ। ਆਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਬੇਈਮਾਨ ਹੁੰਦੇ ਆ, ਕੋਈ ਕਿਹੜੀ ਸਹੁੰ ਖਾ ਲੈਂਦਾ, ਕੋਈ ਕਿਹੜੀ ਖਾ ਲੈਂਦਾ, ਫਿਰ ਕਹਿੰਦੇ ਲੈ ਮੈਂ ਤਾਂ ਇਹ ਕਿਹਾ ਸੀ, ਹੋ ਰਿਹਾ ਬੇਈਮਾਨ। ਹੁਣ ਮੁਸਲਮਾਨਾਂ 'ਚ ਈਮਾਨ ਬੜਾ ਪੱਕਾ ਹੈ। ਕਦੇ ਜਾ ਕੇ ਵੇਖਿਓ, ਬਹਿ ਕੇ ਵੇਖਿਓ, ਉਹ ਇੱਕ ਪੈਸਾ ਵੀ ਕਿਸੇ ਦਾ ਕੋਲੇ ਨਹੀਂ ਰੱਖਦੇ, ਕਹਿੰਦੇ ਹਰਾਮ ਹੈ ਇੱਕ ਪੈਸਾ ਵੀ। ਕਦੇ ਪਾਕਿਸਤਾਨ ਜਾ ਕੇ ਵੇਖੋ, ਅਰਬ 'ਚ ਜਾ ਕੇ ਵੇਖੋ, ਜਿਹੜੇ ਸੱਚੇ ਮੁਸਲਮਾਨ ਨੇ ਨਾ, ਉਹ ਕਹਿੰਦੇ ਅਸੀਂ ਖੁਦਾ ਨੂੰ ਜਾਨ ਦੇਣੀ, ਉੱਥੇ ਇੱਕ ਇੱਕ ਕੌਡੀ ਦਾ ਹਿਸਾਬ ਸਾਡਾ ਕਬਰਾਂ 'ਚ ਹੋਣਾ ਹੈ, ਅਸੀਂ ਇਹ ਪਾਪ ਨਹੀਂ ਕਰ ਸਕਦੇ। ਤੇ ਮੇਰੇ ਵਰਗਾ ਕਿਸੇ ਦਾ ਲੱਖ ਰੁਪਇਆ ਦੱਬ ਕੇ ਵੀ ਕਹਿੰਦਾ ਲੈ ਮੇਰੇ ਵਰਗਾ ਭਗਤ ਕੋਈ ਨਹੀਂ, ਆਖੋ ਸਤਿਨਾਮ। ਕੋਈ ਤੇ ਪਾਠ ਹੀ ਨਹੀਂ ਕਰਦਾ, ਜਿੰਨੇ ਮਰਜ਼ੀ ਕਰ ਲਾ। ਬਾਣੀ ਲਿਖਦੀ ਹੱਕ ਪਰਾਇਆ ਨਾਨਕਾ ਉਸ ਸੁਰ, ਉਸ ਗਾਏ ਗੁਰਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ। ਜਿਹੋ ਜਿਹਾ ਮੁਰਦਾ ਖਾ ਲਿਆ ਨਾ ਮਰਿਆ ਪਸ਼ੂ, ਉਹ ਜਿਹਾ ਹੱਕ ਖਾ ਲਿਆ। ਮਹਾਰਾਜ ਕਹਿੰਦੇ ਈਮਾਨ ਹੈ? ਕਹਿੰਦਾ ਹਾਂਜੀ ਮੈਂ ਈਮਾਨ ਰੱਖਿਆ। ਸਤਿਗੁਰ ਕਹਿੰਦੇ ਫਿਰ ਏਦਾਂ ਕਰੀ, ਤੇਰੇ ਈਮਾਨ ਕੋਲੇ ਅਸੀਂ 760 ਰੱਖਦਾ, ਤੂੰ ਏਦਾਂ ਕਰੀ, ਇਹ ਪੈਸੇ ਖੁਦਾ ਦੇ ਨੇ, ਅੱਲਾ ਦੇ ਨੇ, ਰੱਬ ਦੇ ਨੇ, ਤੇ ਰੱਬ ਦੀਆਂ ਚੀਜ਼ਾਂ ਰੱਬ ਦੇ ਪਿਆਰਿਆਂ ਕੋਲ ਜਾਣੀਆਂ ਚਾਹੀਦੀਆਂ, ਠੱਗਾਂ ਕੋਲੇ ਨਹੀਂ। ਨਵਾਬ ਸਾਹਿਬ ਇਹ 760 ਆਪਣੀ ਇਮਾਨਦਾਰੀ ਨਾਲ ਫਕੀਰਾਂ 'ਚ ਵੰਡ ਦਿਓ, ਆਖੋ ਸਤਿਨਾਮ। ਹੁਣ ਨਵਾਬ ਈਮਾਨ ਵਾਲਾ ਹੈ, ਉਹ ਇਹ ਨਹੀਂ ਹੈ ਵੀ ਉਹਨੇ 70 ਰੁਪਏ ਵੰਡਤੇ ਤੇ ਬਾਕੀ ਖਾਕ ਹੋ ਗਿਆ। ਤੇ ਧਰਮਾਂ ਦੇ ਨਾਂ ਤੇ ਵੇਖੋ ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ, ਵੀਡੀਓ ਪਾਉਂਦੇ ਲੋਕ ਰੋਜ਼, ਆ ਫਲਾਣੇ ਗਰੀਬ ਦਾ ਮਕਾਨ ਬਣ ਗਿਆ ਜੀ, ਇੰਨੇ ਪੈਸੇ ਭੇਜ ਦਿਓ। ਤੇ ਇੱਕ ਬੰਦੇ ਦਾ ਮਕਾਨ ਬਣਦਾ ਹੁੰਦਾ ਹੈ ਤੇ 50 ਬੰਦਿਆਂ ਤੋਂ ਪੈਸੇ ਇਕੱਠੇ ਕਰੇ ਹੁੰਦੇ ਆ। ਆਪਣੀ ਕੋਠੀ ਬਣ ਗਈ, ਗਰੀਬ ਦੇ ਬਾਲੇ ਵੀ ਨਹੀਂ ਪਏ, ਆਖੋ ਸਤਿਨਾਮ। ਅੱਜ ਚੱਲਦਾ ਹੈ, ਅੱਜ ਸਾਡੇ ਹਾਲ ਹੋਏ ਪਏ ਆ। ਅੱਜ ਸਿੱਖ ਸਟੇਜਾਂ ਤੋਂ ਇਹ ਗੱਲਾਂ ਸਮਝਾਈਆਂ ਤਾਂ ਜਾਂਦੀਆਂ ਨੇ। ਉਹ ਭਾਈ ਪਿਆਰਿਓ, ਅਸੀਂ ਕਿਹੜੇ ਰਾਹ ਤੁਰ ਪਏ? ਅਸੀਂ ਜੇ ਸਮਝਾਂਗੇ ਨਾ ਇਹਨਾਂ ਲੋਕਾਂ ਤੋਂ ਬਚੀਏ ਜੋ ਧਰਮ ਦੇ ਨਾਂ ਤੇ ਸਿੱਖੀ ਦੀ ਬਦਨਾਮੀ ਕਰ ਰਹੇ ਆ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਨਵਾਬ ਸਾਹਿਬ ਈਮਾਨ ਦੇ ਨਾਲ ਫਕੀਰਾਂ 'ਚ ਦੇ ਦਿਓ, ਇਹ ਤੇਰਾ ਈਮਾਨ ਹੈ। ਹੁਣ ਕਈ ਵਾਰ
ਕੋਈ ਸੱਚਖੰਡ ਹਜ਼ੂਰ ਸਾਹਿਬ ਜਾਂਦਾ ਹੈ, ਕੋਈ ਗੁਰਸਿੱਖ ਪਿਆਰਾ, ਕੋਈ ਹਰਮੰਦਰ ਸਾਹਿਬ ਜਾਂਦਾ ਹੈ। ਆਪਾਂ ਕੀ ਕਰਦੇ ਹਾਂ, ਕਈ ਵਾਰ 1100 500 ਰੁਪਇਆ ਫੜਾ ਦਈਦਾ ਹੈ ਵੀ ਪਿਆਰਿਆ ਮੇਰੀ ਨਮਸਕਾਰ ਕਰ ਦੇ ਕਰਾ ਦੇ। ਜਿਹੜੇ ਤੇ ਇਮਾਨਦਾਰ ਨੇ ਜੀ ਉਹ ਕਹਿੰਦੇ ਨਾ ਵੀ ਉਸ ਇਨਸਾਨ ਨੇ ਮੈਨੂੰ ਇਹ ਸੇਵਾ ਦਿੱਤੀ ਹੈ ਤੇ ਮੈਂ ਇੱਥੇ ਹੀ ਲਾਉਣੀ ਹੈ। ਤੇ ਮੇਰੇ ਵਰਗਾ ਕਹਿੰਦਾ ਚੱਲ ਢਾਬੇ ਚਲੀਏ, ਆਖੋ ਸਤਨਾਮ। ਲੈ ਬਾਬੇ ਦੇ ਸਾਂਝਿਆਂ ਫਿਰ ਕੀ ਹੋ ਗਿਆ, ਆ ਗਿਆ ਵੀ ਨਹੀਂ, ਲੇਖਾ ਹੋਣਾ ਉਸ ਗੱਲ ਦਾ, ਹਿਸਾਬ ਹੋਣਾ ਉਸ ਗੱਲ ਦਾ। ਨਵਾਬ ਸਾਹਿਬ ਕਹਿੰਦੇ ਜੀ ਸਤ ਵਚਨ, ਗੁਰੂ ਨਾਨਕ ਸਾਹਿਬ ਕਿਉਂਕਿ ਇਮਾਨ ਦਾ ਜ਼ਿਕਰ ਆ ਗਿਆ, ਰੱਬ ਦਾ ਜ਼ਿਕਰ ਆ ਗਿਆ। ਉਹ ਕਹਿੰਦੇ ਰੱਬ ਦੇ ਪੈਸੇ ਆ ਇਹ, ਰੱਬ ਦੇ ਨਾਂ ਦੇ ਕੱਢੇ ਹੋਏ ਆ। ਜੇ ਇਨਸਾਨ ਵਰਤੇਗਾ ਤੇ ਲੇਖਾ ਦੇਣਾ ਪੈਣਾ ਹੈ। ਰੱਬ ਦੇ ਨਾਂ ਦੀ ਦਿੱਤੀ ਕੱਢੀ ਚੀਜ਼ ਨਾ ਜੇ ਤੁਸੀਂ ਵਰਤ ਲਓਗੇ, ਅਸੀਂ ਵਰਤ ਲਾਂਗੇ, ਬਹੁਤ ਔਖਾ ਹੋਣਾ। ਜਿਸ ਵੇਲੇ ਇਹ ਬਚਨ ਆਖਿਆ ਤੇ ਨਵਾਬ ਨੇ ਅੱਗੇ ਕੋਈ ਸ਼ਬਦ ਨਹੀਂ ਆਖਿਆ, ਉਹਨੇ ਸਿੱਧਾ ਹੀ ਕਹਿਤਾ, ਕਹਿੰਦਾ ਮਹਾਰਾਜ ਸੱਤ ਹੈ। ਸੱਤ ਕਿਉਂ ਹੈ? ਖੁਦਾ ਦਾ ਨਾਮ ਆ ਗਿਆ। ਆ ਦੁਨੀਆ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲੈ ਕੇ ਮੁਕਰ ਜੀ, ਆਪਣੇ ਪੰਜਾਬ 'ਚ ਇੱਕ ਰੁਝਾਨ ਹੈ, ਲੋਕੀ ਕਹਿੰਦੇ ਚੰਗਾ ਫਿਰ ਗੁਰਦੁਆਰੇ ਵੜ ਕੇ ਕਹਦੇ ਮੈਂ ਤੇਰਾ ਕੁਛ ਨਹੀਂ ਦੇਣਾ। ਹੁੰਦਾ ਨਾ ਜੀ, ਪੁਰਾਣੇ ਸਮੇਂ ਚੱਲਦਾ ਸੀ। ਜੇ ਸੱਚੀ ਕਿਸੇ ਨੇ ਕਹਿਤਾ ਲਿਆ 10 ਲੱਖ ਹੈ, ਦੱਬਿਆ ਵੀ ਹੋਇਆ ਸਭ ਕੁਛ ਹੈ, ਕਹਿੰਦਾ ਲੈ ਗੁਰਦੁਆਰੇ ਵੜ ਕੇ ਕਹਿਣਾ ਮੈਂ ਤੇਰਾ 10 ਰੁਪਏ ਨਹੀਂ ਦੇਣੇ, ਕਹਿੰਦਾ ਜਾ ਕੱਖ ਵੀ ਨਹੀਂ ਲੈਣਾ। ਕਿਉਂ? ਹੁਣ ਜਿਸ ਰੱਬ ਨੂੰ ਤੂੰ ਈਮਾਨ ਵਿੱਚ ਖੜਾ ਕੀਤਾ ਉਹ ਜਾਣੇ ਤੇ ਤੂੰ ਜਾਣੇ, ਮੇਰਾ ਤੇਰੇ ਨਾਲ ਕੋਈ ਹਿਸਾਬ ਨਹੀਂ। ਹੁਣ ਤੇਰਾ ਉਹਦੇ ਨਾਲ ਚੱਲ ਪਿਆ। ਇੱਥੇ ਦੁਨੀਆ ਦੇ ਹਿਸਾਬ ਨਿਬੜ ਜਾਣਗੇ, ਉਹਦੇ ਨਾਲ ਨਹੀਂ ਨਿਬੜਨਾ। ਜਨਮਾਂ ਜਨਮਾਂ ਤੱਕ ਗੱਲਾਂ ਜਾਣਗੀਆਂ, ਫਿਰ ਉੱਤੇ ਤੇ ਕੌਡੀ ਕੌਡੀ ਦਾ ਹਿਸਾਬ ਹੁੰਦਾ, ਇੱਕ ਸਾਂ ਦਾ ਹਿਸਾਬ ਹੁੰਦਾ। ਜਦੋਂ ਨਵਾਬ ਨੇ ਸੁਣਿਆ, ਨਵਾਬ ਡਰ ਗਿਆ ਵੀ ਇਹ 760 ਰੁਪਏ ਜਿਹੜੇ ਮੇਰੇ ਕੋਲ ਨੇ, ਮੈਨੂੰ ਹਰ ਹਾਲ ਫਕੀਰਾਂ 'ਚ ਬੰਨਣੇ ਪੈਣੇ ਆ, ਮੇਰੇ ਸਿਰ ਭਾਰ ਹੈ। ਸਵਈਆ ਨਾਨਕ ਜੀ ਬਿਆਨਨ ਤੇ ਪੰਨ, ਥਾਨ ਮਸਾਨਨ ਕੀ ਚਲਿਆਏ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਇੰਨੇ ਬਚਨ ਕਹਿ ਗਏ ਵੀ ਆਪਣੇ ਈਮਾਨ ਨਾਲ ਵੰਡ ਦਈ, ਆਪਣੇ ਧਰਮ ਨਾਲ ਵੰਡ ਦਈ। ਅੱਗੇ ਫਿਰ ਕੋਈ ਸਿੱਖਿਆ ਨਹੀਂ ਦਿੱਤੀ, ਕੋਈ ਬਚਨ ਨਹੀਂ ਆਖਿਆ। ਚੁੱਪ ਚਪੀਤੇ ਜੀਜਾ ਜੈ ਰਾਮ ਜੀ ਨੂੰ ਛੱਡ ਕੇ ਉੱਠ ਕੇ ਬੜੀਆਂ ਜਾਂਦੇ ਸ਼ਮਸ਼ਾਨਾਂ ਵਿੱਚ, ਤੇ ਨਵਾਬ ਬੈਠਾ ਰੋ ਰਿਹਾ। ਇਹ ਕੀ ਹੋ ਗਿਆ? ਸਮਝ ਨਹੀਂ ਆਉਂਦੀ। ਰੱਬ ਇਹਨੂੰ ਕਹਾ ਜਾਂ ਉਸ ਖੁਦਾ ਨੂੰ ਕਹਾ, ਖੁਦ ਸਤਨਾਮ ਨੂਰ ਚੱਲਦਾ। ਲੱਗਦੇ ਤੇ ਰੱਬ ਵਰਗੇ ਆ। ਉਹ ਇਸ ਦੁਬਦਾ 'ਚ ਰਹਿੰਦਾ ਨਵਾਬ। ਕਦੇ ਕਦੇ ਉਹ ਮਰਦ ਦੇ ਕਰੀਬ ਹੋ ਜਾਂਦਾ, ਹਿਰਦੇ ਕਰਕੇ ਮਰਦ ਫਿਰ ਨਜ਼ਰ ਭਰ ਕੇ ਤੱਕ ਲੈਂਦੇ, ਉਹਨਾਂ ਕੁ ਪਿੱਛੇ ਕਰ ਦਿੰਦੇ ਵੀ ਤੂੰ ਸਮਝਣਾ ਨਹੀਂ ਸਾਨੂੰ। ਜੇ ਸਮਝ ਗਿਆ ਸਾਰਾ ਸੁਲਤਾਨਪੁਰ ਲਈ ਫਿਰੇਗਾ ਵੀ ਰੱਬ ਹੈ, ਗੁਰੂ ਹੈ, ਪਰਮੇਸ਼ਰ ਹੈ। ਇਹ ਉਸ ਰੱਬ ਦੀ ਲੀਲਾ ਹੈ, ਉਹਨਾਂ ਦੀ ਖੇਡ ਹੈ। ਚੁੱਪ ਚਪੀਤੇ ਬਰਜ ਉੱਠੇ, ਉਸੇ ਤਰ੍ਹਾਂ ਰੁੱਖਾ ਜਿਹਾ ਸੁਭਾਅ ਬਣਾ ਕੇ, ਫਟੇ ਪੁਰਾਣੇ ਜਿਹੇ ਕੱਪੜੇ ਪਾਏ, ਮੈਲੇ ਹੋਏ ਪਏ ਆ ਜੀ, ਮੱਖੀਆਂ ਬਹਿੰਦੀਆਂ। ਚੁੱਪ ਚਪੀਤੇ ਆ ਕੇ ਸ਼ਮਸ਼ਾਨ ਵਿੱਚ ਫੇਰ ਚੌਂਕੜਾ ਲਾਇਆ, ਜਿਵੇਂ ਮੜੀਆਂ ਵਿੱਚ ਸ਼ਿਵ ਜੀ ਬੈਠਾ ਹੋਵੇ। ਨਾਲ ਅੱਜ ਕੋਈ ਨਹੀਂ, ਗੌਰ ਮਰੀਨ में बैस गए, ਦਰਵੇਸ਼ ਕੋ ਬੇਸ ਸਰੀਰ ਬਣਾਏ। ਅੱਜ ਤਾਨੀਓ ਦੇ ਸਤਿਗੁਰਾਂ ਜਿਹੜਾ ਲਿਬਾਸ ਪਾਇਆ ਨਾ, ਉਹ ਹੈ ਦਰਵੇਸ਼ਾਂ ਵਾਲਾ। ਦਰਵੇਸ਼ ਕਿਹਨੂੰ ਕਹਿੰਦੇ ਆ? ਕਦੇ ਵੇਖ ਲਿਓ ਐ ਵੀ ਕਿਸੇ ਨੂੰ ਟੀਚਰ ਨਾ ਕਰਿਆ। ਮੈਂ ਵੇਖਿਆ ਨਾ, ਸਾਡਾ ਹਾਲ ਬਹੁਤ ਮਾੜਾ, ਪਤਾ ਨਹੀਂ ਕਿੱਥੇ ਹਿਸਾਬ ਹੋਣਾ ਸਾਡਾ। ਅਸੀਂ ਲੱਖ ਸਿੱਖ ਬਣੇ, ਗੁਰਦੁਆਰੇ ਨਾ ਸੀ ਜਾਂ ਮੰਦਰ ਮਸਜਿਦ ਜਾਈਏ, ਧਾਰਮਿਕ ਸਥਾਨ ਤੇ ਵੱਡੇ ਵੱਡੇ ਲੋਕਾਂ ਨੂੰ ਜੱਫੀਆਂ ਪਾ ਕੇ ਮਿਲਦੇ ਆ। ਜੇ ਸਾਡੇ ਸਾਹਮਣੇ ਕੋਈ ਗਰੀਬ ਮੰਗਣ ਵਾਲਾ ਆ ਜੇ ਨਾ, ਅਸੀਂ ਉਹਦੀ ਉਹ ਜਲੀਲਤਾ ਕਰਦੇ ਆ। ਅੰਦਰ ਬਹਿ ਕੇ ਵੀ ਗੱਡੀ 'ਚ ਗੱਲ ਲੈ, ਇਹ ਕਮਾ ਨਹੀਂ ਸਕਦੇ, ਕਿਹੋ ਜਿਹੇ ਕੰਮ ਕਰਦੇ, ਡਰਾਮਾ ਫੜਿਆ ਲੈ, ਤੂੰ ਫਟ ਉਠਾ ਜਾ 3 ਲੱਖ ਰੁਪਏ ਖੜੇਗਾ। ਕਹਿਣਾ ਹੀ ਸੌਖਾ ਹੈ, ਜ਼ੁਬਾਨ ਹਿਲਾਉਣੀ ਬਹੁਤ ਸੌਖੀ ਹੈ। ਦਰਵੇਸ਼ ਨੂੰ ਕਿਹਾ ਜਾਂਦਾ, ਗਰਮੀ ਦੀ ਰੁੱਤ ਹੋਵੇ ਤੇ ਕੋਈ ਜੈਕਟ ਪਾਈ ਹੋਵੇ। ਬੜੇ ਮਿਲਦੇ ਤੁਹਾਨੂੰ ਸੜਕਾਂ, ਸਾਰੇ ਨਹੀਂ ਹੁੰਦੇ ਇਦਾਂ ਦੇ, ਕਈ ਲੁੱਟਣ ਵਾਲੇ ਵੀ ਹੁੰਦੇ, ਲੁਟੇਰੇ ਵੀ ਹੁੰਦੇ ਆ, ਸ਼ਰਾਬੀ ਵੀ ਹੁੰਦੇ ਆ, ਪਰ ਕੁਝ ਲੋਕ ਤੁਹਾਨੂੰ ਇਦਾਂ ਦੇ ਮਿਲਣਗੇ, ਪੈਰਾਂ 'ਚ ਜੁੱਤੀ ਨਹੀਂ ਹੁੰਦੀ, ਕੋਟੀ ਤੇ ਕੋਟੀ ਚਾੜੀ ਹੈ, ਜੇਠ ਦਾ ਮਹੀਨਾ ਉੱਤੇ ਸਿਖਰ ਦੀ ਧੁੱਪ ਪੈਂਦੀ ਹੈ, ਠੰਡਾ ਹੀ ਨਹੀਂ ਤੇ ਆਪਾਂ ਰਹਿ ਜਾਵਾਂਗੇ। ਏਸੀ ਤੋਂ ਬਗੈਰ ਸਾਨੂੰ ਨੀਂਦ ਨਹੀਂ ਹੁੰਦੀ। ਤੇ ਉਹਨਾਂ ਨੇ ਤਨ ਤੇ ਕੀ ਪਾਇਆ? ਇਹਨੂੰ ਕਹਿੰਦੇ ਦਰਵੇਸ਼ਾਂ ਦੀ ਰੀਤ। ਭਗਤ ਕਬੀਰ ਲਿਖਦੇ ਆ, ਕਹਿੰਦੇ ਦਰਵੇਸ਼ਾਂ ਦੀ ਰੀਤ ਐਸੀ ਹੈ, ਸਰਦੀ 'ਚੋਂ ਨੰਗੇ ਤੁਰੇ ਫਿਰਦੇ ਹੁੰਦੇ ਆ, ਗਰਮੀ 'ਚ ਕੋਟੀਆਂ ਪਾਈ ਫਿਰਦੇ ਹੁੰਦੇ, ਫਿਕਰ ਨਹੀਂ ਹੈ, ਪਰਵਾਹ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਬਰਾਂ 'ਚ ਬਹਿ ਗਏ, ਕਦੇ ਕਬਰਾਂ 'ਚ ਆ ਜਾਂਦੇ ਨੇ, ਕਦੇ ਮੜੀਆਂ 'ਚ ਇਕੱਠੀਆਂ ਹੀ ਨੇ, ਸ਼ਮਸ਼ਾਨ ਹੁੰਦੀਆਂ। ਕਦੇ ਗੁਰੂ ਸਾਹਿਬ ਬਸਤਰ ਸਿਰ ਤੇ ਪਾ ਲੈਂਦੇ ਨੇ, ਕਦੇ ਸਿਰ ਦੇ ਵਾਲ ਖੋਲ ਲੈਂਦੇ ਆ। ਦਰਵੇਸ਼ਾਂ ਮਤਲਬ ਬੇਪਰਵਾਹ, ਕਿਸੇ ਦੀ ਪਰਵਾਹ ਨਹੀਂ ਹੈ, ਕੋਈ ਲੋਕ ਲੱਚਿਆ ਨਹੀਂ ਹੈ, ਕੋਈ ਸਾਨੂੰ ਕੀ ਆਖੇਗਾ। ਲਾਏ ਸਮਾਦ ਅਗਾਧ ਆਬਾਦ ਕੀ, ਪੂਰਬ ਰੂਪ
ਅਨੂਪ ਬਸਾਏ। ਆਪ ਪਰਮੇਸ਼ਰ ਪਿਆਰੇ ਕਦੇ ਕਬਰਾਂ ਤੇ ਚੌਂਕੜਾ ਲਾ ਲੈਂਦੇ, ਕਦੇ ਸ਼ਮਸ਼ਾਨ ਵਿੱਚ ਲਾ ਕੇ ਚੌਂਕੜਾ ਸਮਾਧੀ ਲਾ ਕੇ 2-2 ਦਿਨ ਬੈਠੇ ਰਹਿੰਦੇ। ਸਮਾਧੀ ਜਿਵੇਂ ਕੋਈ ਰਿਸ਼ੀ ਬੈਠਾ ਹੋਵੇ। ਇਹ ਕੀ ਹੈ? ਗੁਰੂ ਸਾਹਿਬ ਤੇ ਸਮਾਧੀਆਂ ਦਾ ਖੰਡਨ ਕਰਦੇ, ਅੱਗੇ ਜਾ ਕੇ ਕਰਨਗੇ ਸਿੱਧਾਂ ਨਾਲ ਚਰਚਾ ਜਦੋਂ ਵੀ ਇਹ ਪਖੰਡ ਹੈ। ਮਰਜ ਇੱਥੇ ਆਪਣੀ ਨਿੰਦਿਆ ਕਰਾ ਰਹੇ ਨੇ, ਨਿੰਦਿਆ। ਅੱਜ ਵੀ ਗੁਰਮਤਿ ਵਿੱਚ ਨਾ, ਸਿੱਖੀ ਦੇ ਵਿੱਚ ਤੁਹਾਨੂੰ ਐਸੇ ਮਹਾਂਪੁਰਖ ਗੁਰਸਿੱਖ ਮਿਲ ਜਾਣਗੇ, ਕਦੇ ਨਜ਼ਰ ਮਾਰ ਕੇ ਤਾਂ ਵੇਖੀਏ। ਉਹ ਆਪਣੇ ਬਾਰੇ ਲੋਕਾਂ 'ਚ ਇਹੋ ਜਿਹੀਆਂ ਗੱਲਾਂ ਕਰਨਗੇ, ਲੋਕੀ ਕਹਿੰਦੇ ਯਾਰ ਇਹ ਬੰਦਾ ਸਿੱਖ ਵੀ ਨਹੀਂ ਹੋ ਸਕਦਾ, ਤੁਸੀਂ ਕਹਿੰਦੇ ਬੰਦਗੀ ਵਾਲਾ ਹੈ। ਉਹਨਾਂ ਨੇ ਉਹ ਵਿਖਾਉਣਾ ਤਾਂ ਜੋ ਲੋਕ ਨਿੰਦਿਆ ਕਰਦੇ ਨੇ, ਲੋਕੀ ਪਛਾਣ ਨਾ। ਜੇ ਪਛਾਣ ਲਿਆ ਫਿਰ ਭਗਤੀ ਕਾਹਦੀ ਰਹੇਗੀ? ਕੋਸ਼ਿਸ਼ ਹੈ ਵੀ ਲੋਕ ਮਾੜਾ ਕਹਿਣ, ਜਦ ਤੱਕ ਲੋਕ ਤੁਹਾਡੀ ਨਿੰਦਿਆ ਨਹੀਂ ਕਰਦੇ ਸਮਝੋ ਉਦੋਂ ਤੱਕ ਤੁਸੀਂ ਧਰਮ ਦੀ ਪੌੜੀ ਨਹੀਂ ਚੜ੍ਹੇ। ਆਖੋ ਸਤਿਨਾਮ। ਧਰਮ ਦੀ ਪੌੜੀ ਚੜ੍ਹਨ ਦੀ ਨਿਸ਼ਾਨੀ ਇਹੀ ਹੈ। ਮਰਦ ਲਿਖਦੇ ਆ, ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਇਸ ਪੌੜੀ ਤੇ ਚੜ੍ਹਨ ਵਾਲਾ ਕੋਈ ਵੱਡਿਆਂ ਭਾਗਾਂ ਵਾਲਾ, ਸਾਰੇ ਨਹੀਂ ਚੜ੍ਹਦੇ। ਕਹਿੰਦੇ ਜਦੋਂ ਪੌੜੀ ਚੜੋਗੇ ਲੋਕ ਮਾੜਾ ਵੀ ਕਹਿਣਗੇ, ਵੱਧ ਘੱਟ ਵੀ ਬੋਲਣਗੇ, ਬੜਾ ਕੁਛ ਬੋਲਣਗੇ, ਪਰ ਤੂੰ ਥੱਲੇ ਨਹੀਂ ਵੇਖਣਾ ਲੋਕ ਕੀ ਕਹਿੰਦੇ ਆ। ਧਰਮ ਦੀ ਪੌੜੀ ਹੈ। ਗੁਰੂ ਸਾਹਿਬ ਚੌਂਕੜਾ ਲਾ ਕੇ ਬੈਠੇ ਆ, ਲੋਕੀ ਕਬਰਾਂ ਜਾ ਕੇ ਮਾੜਾ ਬੋਲ ਜਾਂਦੇ ਆ ਜੀ, ਟਿਚਰਾਂ ਕਰਦੇ ਆ। ਗਾਵਾਂ ਮੱਝਾਂ ਬੱਕਰੀਆਂ ਚਾਰਨ ਵਾਲੇ ਛੇੜਖਾਨੀਆਂ ਕਰਦੇ ਨੇ। ਚਾਹੇ ਅਰਾਧਨ ਕੇ ਫਲ ਲਦ ਹੈ, ਆਦ ਉਪਾਦ ਬਿਆਦ ਮਿਟਾਏ। ਇੱਕ ਨਿਰੰਕਾਰ ਪਰਮਾਤਮਾ ਦੀ ਭਗਤੀ 'ਚ ਸਤਿਗੁਰ ਬੈਠੇ, ਲੋਕ ਛੇੜਖਾਨੀ ਕੀ ਕਰਦੇ? ਕਹਿੰਦੇ ਵੇਖ ਪਖੰਡ ਫੜੇ ਆ। ਛੱਡ ਗਿਆ ਮੋਤੀ ਖਾਨਾ, ਘਾਟਾ ਪੈ ਗਿਆ। ਕੱਲ ਤੱਕ ਬਾਣੀਆਂ ਵਾਂਗੂ ਹਿਸਾਬ ਕਰਦਾ ਸੀ, ਅੱਜ ਵੱਡਾ ਭਗਤ ਬਣਿਆ ਫਿਰਦਾ। ਆਖੋ ਸਤਿਨਾਮ। ਅੱਖ ਭਰ ਕੇ ਨਹੀਂ ਮਰਦੇ ਨੇ ਕਿਸੇ ਨੂੰ ਵੇਖਿਆ ਵੀ ਕਹਿਣ ਵਾਲਾ ਕੌਣ ਹੈ, ਕਿਉਂ ਕਹਿੰਦਾ ਹੈ। ਪਤਾ ਕੀ ਸੋਚਦੇ ਆ? ਰੱਬਾ ਮੇਰਿਆ, ਇਹ ਜਿਹਨੇ ਨਿੰਦਕ ਲੋਕ ਨੇ ਨਾ, ਤੇਰੀ ਮਾਇਆ ਹੈ। ਜਦ ਮੈਂ ਤੇਰੇ ਵੱਲ ਆਉਣਾ ਤੁਸੀਂ ਮਾਇਆ ਪਾ ਕੇ ਵੇਖਦੇ ਹੋ ਵੀ ਇਹ ਸਿੱਖ ਪੂਰਾ ਕ ਅਧੂਰਾ ਹੈ। ਆਪਾਂ 4 ਦਿਨ ਸੇਵਾ ਕਰੀਏ ਨਾ, ਲੋਕ ਸਾਡੀ ਨਿੰਦਿਆ ਕਰਨ, ਆਪਾਂ ਛੱਡ ਦਈਏ। ਉਹ ਕਿਉਂ? ਕਿਉਂਕਿ ਸਾਨੂੰ ਨਿੰਦਕਾਂ ਨੇ ਦੱਬ ਲਿਆ, ਲੋਕਾਂ ਨੇ ਦੱਬ ਲਿਆ, ਮਾਇਆ ਨੇ ਦੱਬ ਲਿਆ। ਇੱਕ ਮਾਇਆ ਦਾ ਰੂਪ ਨੇ ਨਿੰਦਕ ਲੋਕ। ਰੱਬ ਕਹਿੰਦਾ ਵੀ ਜੇ ਤੇ ਮੇਰਾ ਭਗਤ ਹੋ ਤੇ ਪਿੱਠ ਕਰਕੇ ਮੇਰੇ ਵੱਲ ਆ ਜੂ, ਜੇ ਹੋਇਆ ਮਾਇਆ ਦਾ ਭਗਤ ਫਿਰ ਨਿੰਦਕਾਂ ਪਿੱਛੇ ਲੱਗ ਕੇ ਛੱਡ ਦੂ। ਮੈਂ ਨਹੀਂ ਜਾਂਦਾ ਉੱਥੋਂ ਬਾਅਦ, ਮੈਂ ਨਹੀਂ ਕਰਨੀ ਇਹੋ ਜਿਹੀ ਸੇਵਾ। ਫਲਾਣਾ ਗੁਰਦੁਆਰਾ ਮੇਰੇ ਲਈ ਠੀਕ ਨਹੀਂ ਹੈ, ਉੱਥੇ ਲੋਕ ਮੈਨੂੰ ਏਦਾਂ ਬੋਲਦੇ ਆ। ਮਾਇਆ ਦਾ ਪ੍ਰਭਾਵ। ਮਾਇਆ ਇਹਨਾਂ ਨੂੰ ਨਹੀਂ ਕਹਿੰਦੇ ਲੋਕਾਂ ਨੂੰ, ਇਹ ਮਾਇਆ ਦਾ ਰੂਪ ਹੈ। ਜਦ ਸੰਸਾਰ ਵਿੱਚ ਜੀਵ ਆਉਂਦਾ, ਮਰਦ ਕਹਿੰਦੇ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ। ਵੀ ਮਾਇਆ ਨੇ ਖੇਡ ਵਰਤਾਈ ਕਿ ਬੱਚਾ ਡਾਲਰ ਲੈ ਕੇ ਖੇਡਦਾ, ਉਹਨੂੰ ਕੀ ਪਤਾ ਮਾਇਆ ਕੀ ਹੁੰਦੀ ਹੈ। 3 ਸਾਲ ਤੱਕ ਨਹੀਂ ਪਤਾ ਪੈਸਾ ਹੁੰਦਾ ਕੀ ਹੈ। ਉਹ ਮਾਇਆ ਇੱਕ ਬਿਰਤੀ ਹੈ, ਰੱਬ ਦੀ ਇੱਕ ਖੇਡ ਹੈ। ਕਹਿੰਦੇ ਉਹ ਮਾਇਆ ਵਰਤ ਰਹੀ ਹੈ ਇੱਥੇ। ਲੋਕੀ ਮਾੜਾ ਚੰਗਾ ਕਹਿੰਦੇ ਆ, ਪਰ ਉਸ ਰੱਬੀ ਰੂਪ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਆਨੰਦ 'ਚ ਬੈਠੇ ਆ, ਅਗਾਧ ਬੋਧ ਹੋ ਕੇ ਬੈਠੇ ਆ। ਇੱਕ ਨਿਰੰਕਾਰ ਦੇ ਨਾਲ ਸੁਰਤ ਜੁੜੀ ਹੋਈ ਹੈ। ਦੋਹਰ ਸਭ ਪਰਵਾਰ ਕ੍ਰਿਤ ਦੇਖ ਕੇ, ਠਟਕ ਰਹੇ ਮਨ ਮਾਹੇ। ਨਿਕਟ ਜਾਏ ਤੂੰ ਸੁਣ ਰਹੇ, ਬੋਲ ਸਕਤ ਕਛ ਨਾਹੀ। ਜਦੋਂ ਸਾਰਾ ਸੁਲਤਾਨਪੁਰ ਲੋਧੀ ਚੰਗਾ ਮਾੜਾ ਕਹਿੰਦਾ ਜੀ, ਨਿੰਦਕ ਨਿੰਦਿਆ ਕਰਦੇ ਆ, ਫਿਰ ਸਤਿਗੁਰਾਂ ਦਾ ਪਰਿਵਾਰ ਮਿਲਣ ਜਾਂਦਾ। ਗੁਰੂ ਸਾਹਿਬ, ਉਹਨਾਂ ਦੇ ਧਰਮ ਪਤਨੀ ਗੁਰੂ ਸਾਹਿਬ ਜੀਜਾ ਜੈ ਰਾਮ ਜੀ ਕੋਸ਼ਿਸ਼ ਕਰਦੇ ਆ ਬੁਲਾਉਣ ਦੀ। ਜੇ ਮਰਦ ਘਰ ਆ ਜਾਣ, ਬੇਨਤੀਆਂ ਬੁਨਤੀਆਂ ਕਰਦੇ, ਮਰਦ ਨਹੀਂ ਸੁਣਦੇ, ਨਾ ਕਿਸੇ ਦੀ ਮੰਨਦੇ, ਉਹ ਪ੍ਰਸ਼ਾਦਾ ਵੀ ਲੈ ਜਾਂਦੇ ਜਿੱਥੇ ਪਿਆ ਪਿਆ। ਜੈ ਰਾਮ ਰੋਜ਼ ਆਉਂਦੇ ਆ ਵੀ ਜੇ ਕਿਤੇ ਮਰਦ ਮੰਨ ਜਾਣ, ਜੇ ਗੁਰੂ ਸਾਹਿਬ ਕਿਤੇ ਘਰ ਹੀ ਆ ਜਾਣ, ਜੋ ਚਿੱਤ ਕਰਦਾ ਕਰ ਲੈਣ। ਪਰ ਸ਼ਮਸ਼ਾਨ 'ਚ ਬਹਿਣਾ ਚੰਗਾ ਥੋੜੀ ਹੈ, ਕਬਰਾਂ 'ਚ ਬਹਿਣਾ ਕੋਈ ਚੰਗਾ ਥੋੜੀ ਲੱਗਦਾ ਹੈ। ਕਹਿੰਦੇ ਪਰਿਵਾਰ ਅੰਦਰੋਂ ਟੁੱਟ ਚੁੱਕਿਆ ਸੀ ਇਹ ਕਿਰਿਆ ਵੇਖ ਕੇ। ਪਰ ਇੱਕ ਭੈਣ ਨਾਨਕੀ ਸੀ ਜਿਹਨੇ ਕਦੇ ਉਲਾਂਭਾ ਹੀ ਨਹੀਂ ਦਿੱਤਾ ਵੀ ਮੇਰਾ ਵੀਰ ਉੱਥੇ ਕਿਉਂ ਨਹੀਂ। ਨਾਲ ਜਾਣਾ, ਚੁੱਪ ਚਪੀਤ ਤੇ ਦਰਸ਼ਨ ਕਰ ਲੈਣੇ, ਨਜ਼ਰ ਭਰ ਕੇ ਵੇਖੀ ਜਾਣਾ। ਤੇ ਗੁਰੂ ਸਾਹਿਬ ਦੇ ਕੱਪੜੇ ਮੈਲੇ ਵੇਖ ਕੇ ਕਦੇ ਨਹੀਂ ਕਿਹਾ ਵੀਰਾ ਕੱਪੜੇ ਕਿਉਂ ਮੈਲੇ ਪਾਏ ਆ, ਜੋੜਾ ਕਿਉਂ ਨਹੀਂ ਪਾਇਆ, ਸਿਰ 'ਚ ਕਿਉਂ ਧੂੜ ਪਾਈ ਹੈ। ਇਹੀ ਤੇ ਪਰਖ ਹੈ, ਇਹੀ ਤੇ ਕਸਵੱਟੀ ਹੈ। ਰੱਬ ਦੇ ਪਿਆਰੇ ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਗੇ, ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੈ ਨਾਹੀ। ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ। ਭੈਣ ਨਾਨਕੀ ਉਹ ਮੂਰਤ ਹੈ, ਉਹ ਰੱਬ ਦੀ ਮੂਰਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੀਸ ਵਿੱਚ ਪਿਆ ਮੁਖ ਤੇ ਪਈ ਸਵਾ ਮੁਰਦਿਆਂ ਦੀ, ਉਹਨਾਂ ਨੂੰ ਚੰਦਨ ਕੇਸਰ ਲੱਗਦੀ। ਆਖੋ ਸਤਿਨਾਮ। ਬਿਰਤੀ ਦਾ ਫਰਕ ਹੈ। ਸਾਡੇ ਤੇ ਲੱਗਾ ਪਰਫਿਊਮ ਵੀ ਲੋਕੀ ਕਹਿੰਦੇ ਹੋਏ ਕੀ ਸਮੈਲ ਆਉਂਦੀ ਹੈ, ਨਾ ਜਲੂਸ ਕੱਢਿਆ।
ਪਰ ਆਪਣੀ ਆਪਣੀ ਗਲਤੀ ਹੈ, ਆਪਣੀ ਆਪਣੀ ਕੁਆਲਿਟੀ ਹੈ। ਰੱਬ ਦੇ ਪਿਆਰੇ ਉਹ ਕੀ ਵੇਖਦੇ ਆ, ਉਹ ਇਸ ਦੁਨੀਆ ਨੂੰ ਕਿਹੜੀ ਨਜ਼ਰ ਨਾਲ ਵੇਖਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬੈਠੇ ਦਿਸਦੇ ਆ ਨਾ, ਭੈਣ ਨਾਨਕੀ ਨੂੰ ਇਹ ਨਜ਼ਰ ਆਉਂਦੇ ਆ, ਫਕੀਰਾਂ ਦੇ ਫਕੀਰ ਬੈਠੇ ਆ, ਬੇਪਰਵਾਹ ਅੱਲਾ ਬੈਠਾ ਹੈ। ਤੇ ਦੁਨੀਆ ਤੇ ਜੈ ਰਾਮ ਜੀ ਨੂੰ ਕੀ ਦਿਸਦਾ ਹੈ, ਕਹਿੰਦੇ ਭੁੱਖੇ ਪਿਆਸੇ ਜੰਗਲਾਂ 'ਚ ਬੈਠੇ ਆ, ਸ਼ਮਸ਼ਾਨਾਂ 'ਚ ਬੈਠੇ, ਚੰਗਾ ਨਹੀਂ ਲੱਗਦਾ। ਨਜ਼ਰ ਦਾ ਫਰਕ ਹੈ ਨਾ। ਪਰ ਭੈਣ ਨਾਨਕੀ ਇੱਕ ਦਿਨ ਵੀ ਸਤਿਗੁਰਾਂ ਨੂੰ ਨਹੀਂ ਕਿਹਾ ਮਹਾਰਾਜ ਘਰ ਨੂੰ ਆ ਜਾਓ। तब जय राम दुकान की सोज समहरी आन। ਫਿਰ ਜੈ ਰਾਮ ਜੀ ਨੇ ਫੈਸਲਾ ਕੀਤਾ, ਜਾਣ ਲਿਆ ਵੀ ਗੁਰੂ ਸਾਹਿਬ ਪੈਸੇ ਤੇ ਸਾਰੇ 760 ਉੱਤੇ ਛੱਡ ਆਏ, ਵੀ ਫਕੀਰਾਂ ਨੂੰ ਵੰਡ ਦਿਓ। ਮੋਦੀ ਖਾਨਾ ਲੁਟਾ ਆਏ ਨੇ, ਨਾ ਜਾਣਾ ਕਦੇ ਨਹੀਂ। ਮਰਦ ਨੇ ਕਹਿਤਾ ਸੀ ਅਸੀਂ ਨਹੀਂ ਜਾਣਾ, ਛੱਡ ਦਿਓ ਮੋਦੀ ਖਾਨਾ। ਕਹਿੰਦੇ ਲੁਟਾ ਦਿਓ ਫਿਰ। ਤੇ ਜੈ ਰਾਮ ਜੀ ਨੇ ਸੋਚਿਆ ਵੀ ਲੁਟਾ ਕੇ ਕੀ ਮਿਲਣਾ ਹੈ। ਉਹਨਾਂ ਨੇ ਬੰਦੇ ਲਾਏ ਜੀ, 2-4 ਗੱਡੇ ਲਾਏ, ਮੋਦੀ ਖਾਨੇ 'ਚ ਜਿੰਨਾ ਸਮਾਨ ਪਿਆ ਸੀ ਰਸਤਾ ਬਸਤਾਂ ਚੁੱਕੀਆਂ ਘਰੇ ਲੈ ਆਏ। ਸਾਡੇ ਮਾਤਾ ਸੁਲੱਖਣੀ ਜੀ ਘਰ ਹੀ ਹੁੰਦੇ। ਜੈ ਰਾਮ ਜੀ ਨੇ ਸੋਚਿਆ ਵੀ ਜੇ ਇਹਨਾਂ ਦੇ ਆਹੀ ਹਾਲ ਰਹੇ, ਘਰੇ ਰਾਸ਼ਨ ਵੀ ਤੇ ਚਾਹੀਦਾ ਹੈ, ਪਦਾਰਥ ਵੀ ਤੇ ਚਾਹੀਦੇ ਆ। ਇਹ ਤੇ ਆਪਣੀ ਮੌਜ 'ਚ ਰਹਿੰਦੇ ਆ। ਜਿੰਨਾ ਮੋਦੀ ਖਾਨੇ ਦਾ ਸਮਾਨ ਸੀ, ਨੂਣ ਮਿਰਚ ਤੇਲ ਹਲਦੀ ਕੱਪੜੇ ਵਸਤਰ ਪਦਾਰਥ ਜੋ ਵੀ ਸੀ, ਲਿਆ ਕੇ ਘਰੇ ਰੱਖ। ਇਹਨੂੰ ਕਹਿੰਦੇ ਕੋਟਾ ਪਦਾਰਥ ਰੱਖਦੇ ਘਰੇ। ਤੇ ਗੁਰੂ ਸਾਹਿਬ ਖੁਸ਼ ਹੋ ਗਏ, ਕਹਿੰਦੇ ਚਲੋ ਸਾਡੀ ਮਾੜੀ ਮੋਟੀ ਵੀ ਕਿਤੇ ਖਿਆਲ ਵਾਲੀ ਚਿੰਤਾ ਸੀ ਉਹ ਵੀ ਗਈ। ਆਖੋ ਸਤਿਨਾਮ। ਕਿਤੇ ਲਾਂਭਾ ਜਾਈ ਸੀ। ਜੇ ਹੁਣ ਕੱਲ ਨੂੰ ਕੋਈ ਆ ਕੇ ਆਖੂਗਾ ਮਰਦ ਤੁਸੀਂ ਇੱਥੇ ਬੈਠੇ, ਗੁਰੂ ਸਾਹਿਬ ਕਹਿਣਗੇ ਭਾਈ ਦੱਸੋ ਕਿਹੜੀ ਚੀਜ਼ ਦੀ ਕਮੀ ਹੈ ਘਰੇ, ਉਹਦੀ ਪੂਰੀ ਹੋ ਗਈ, ਸਾਰਾ ਮੋਦੀ ਖਾਨਾ ਢੋਤਾ ਕਰੇ। ਜੈ ਰਾਮ ਜੀ ਨੇ ਇਹ ਫੈਸਲਾ ਦਿਲ ਤੇ ਪੱਥਰ ਰੱਖ ਕੇ ਲਿਆ ਸੀ। ਜਿਸ ਮੋਦੀ ਖਾਨੇ ਨੂੰ ਖੁਸ਼ੀ ਖੁਸ਼ੀ ਖੋਲਿਆ, ਹੱਥੀ ਉਜੜਦਾ ਵੇਖਿਆ, ਸਮਾਨ ਲਿਆ ਕੇ ਘਰੇ ਰੱਖ ਦਿੱਤਾ। ਸਮਝ ਨਹੀਂ ਆਉਂਦੀ ਸਤਿਗੁਰ ਅੱਗੇ ਕੀ ਕਰਨਗੇ। ਸਭ ਹੈ ਸੁਲੱਖਣੀ ਢਿੱਗ ਦਈ, ਅਸਬਿਦ ਬਚਨ ਬਖਾਨ। 300 ਬਸੇ ਹਮਰੋ ਨਾ ਕਛ, ਸੁਣ ਸਾਧਵੀ ਧਰ ਧੀਰ। ਜਿਸ ਵੇਲੇ ਮਾਤਾ ਸੁਲੱਖਣੀ ਨੇ ਸਮਾਨ ਵੇਖਿਆ, ਅੰਦਰੋਂ ਇੱਕ ਤੇ ਸਕੂਨ ਮਿਲਿਆ ਵੀ ਚਲੋ ਘਰ ਦੇ ਪਦਾਰਥ ਤੇ ਆ। ਪਰ ਦੁੱਖ ਬੜਾ ਵੱਡਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਿਲਕੁਲ ਨਿਰਮੋਹੇ ਹੋ ਗਏ। ਬੁਲਾਉਂਦੇ ਵੀ ਨਹੀਂ, ਘਰ ਵੀ ਨਹੀਂ ਆਉਂਦੇ, ਕੋਲ ਜਾਈਏ ਪਛਾਣਦੇ ਵੀ ਨਹੀਂ। ਪਛਾਣਨ ਤੋਂ ਭਾਵ ਕੀ, ਉਹ ਆਪਣੀ ਮੌਜ ਵਿੱਚ ਨੇ। ਇੱਕ ਹੁੰਦਾ ਦੁਨਿਆਵੀ ਤੌਰ ਤੇ ਕਿਸੇ ਕੋਲ ਯਾਦਾਸ਼ਤ ਨਹੀਂ, ਪਛਾਣਦਾ ਨਹੀਂ। ਇੱਕ ਜਾਣ ਕੇ ਜਾਣ ਬੁੱਝ ਕੇ ਨਹੀਂ ਪਛਾਣਦਾ, ਮੇਰਾ ਲੈਣ ਦੇਣ ਕੀ ਹੈ, ਉਹਨੂੰ ਕਹਿੰਦੇ ਬੇਪਰਵਾਹੀ। ਸਾਡੇ ਮਾਤਾ ਸੁਲੱਖਣੀ ਜੀ ਰੋ ਪਏ ਕਰੇ, ਭੈਣ ਨਾਨਕੀ ਕਹਿੰਦੇ ਮੈਂ ਕੀ ਕਰਾਂ। ਭੈਣ ਨਾਨਕੀ ਸਤਿਗੁਰਾਂ ਦੇ ਕਹਿੰਦੇ ਭਾਗਾਂ ਵਾਲੀਏ ਹੌਸਲਾ ਰੱਖ, ਧੀਰਜ ਰੱਖ। ਤੈਨੂੰ ਐਡੇ ਪਿਆਰੇ ਪਤੀ ਮਿਲੇ, ਬੰਦਗੀ ਵਾਲੇ ਰੱਬ ਦੇ ਰੰਗਾਂ 'ਚ ਰਹਿੰਦੇ, ਦੱਸ ਤੈਨੂੰ ਹੋਰ ਕੀ ਚਾਹੀਦਾ। ਕਹਿੰਦੀ ਸਤਿਗੁਰ ਕੀ ਆਖੇ ਰੋਂਦੇ ਆ ਗੱਲੇ ਬਹਿ ਕੇ ਵੀ ਗੁਰੂ ਸਾਹਿਬ ਨੇ ਕਿਹੜੀ ਲੀਲਾ ਵਰਤਾ ਤੀ, ਕਿਹੜੇ ਚੋਜ ਵਰਤਾ ਤੀ। ਜਦੋਂ ਸ਼ਰੀਕੇ 'ਚ ਔਰਤਾਂ ਗੱਲਾਂ ਕਰਦੀਆਂ, ਕਹਿੰਦੇ ਵੇਖ ਲੈ ਕੱਲ ਤੱਕ ਮੋਦੀ ਖਾਨੇ 'ਚ ਕਿੰਨਾ ਨਾਮ ਹੁੰਦਾ ਸੀ, ਬੱਲੇ ਬੱਲੇ ਸੀ ਲੋਕਾਂ ਦੇ ਵਿੱਚ, ਆ ਕੀ ਜਲੂਸ ਕੱਢਿਆ, ਸਿਰ 'ਚ ਧੂੜ ਪਾਈ ਹੈ, ਸ਼ਮਸ਼ਾਨ 'ਚ ਬੈਠਣਾ ਭੈਣੇ ਚੰਗਾ ਹੁੰਦਾ ਹੈ। ਲੋਕਾਂ ਦੀਆਂ ਗੱਲਾਂ ਅਸਰ ਪੈਂਦਾ ਹੈ, ਕਿਉਂਕਿ ਲੋਕ ਨਾ ਗੱਲ ਬੜੇ ਤਰੀਕੇ ਨਾਲ ਕਰਦੇ। ਜਦੋਂ ਆਪਣੇ ਪਰਿਵਾਰ ਦੀ ਗੱਲ ਉੱਠੇ ਤੇ ਲੋਕੀ ਚੀਕ ਪੈਂਦੇ, ਹਾਏ ਸਾਡੇ ਬਾਰੇ ਕਹਿਤਾ। ਤੇ ਜਦ ਦੂਜੇ ਦੀ ਗੱਲ ਕਰਨੀ ਨਾ, ਚੁਸਕੇ ਲੈ ਲੈ ਕੇ ਗੱਲ ਵਧੀਆ ਬਣਾ ਕੇ ਰੰਗ ਪੇਟ ਕਰ ਕਰਨੀ ਹੈ ਵੀ ਦੂਜਾ ਦੁਖੀ ਹੋਵੇ। ਪਰ ਅੰਦਰ ਦੁੱਖ ਆਉਂਦਾ, ਕਦੇ ਦੁੱਖ ਅੰਦਰੋਂ ਅੰਦਰ ਖਾ ਰਿਹਾ ਹੈ। ਮਾਤਾ ਸੁਲੱਖਣੀ ਜੀ ਆਪਣੇ ਪਤੀ ਨੂੰ ਮਿਲਣ ਕਦੇ ਜਾਂਦੇ ਨੇ, ਗੁਰੂ ਸਾਹਿਬ ਅੱਖੀ ਨਹੀਂ ਖੋਲਦੇ, ਦੇਖਦੇ ਨੇ ਕੌਣ ਆ। ਭੈਣ ਨਾਨਕੀ ਜੀ ਨਾਲ ਉਹਨਾਂ ਨੇ ਜਾਣਾ, ਮੱਥਾ ਟੇਕ ਕੇ ਮੁੜੇ ਆਉਣਾ। ਜਦੋਂ ਸਤਿਗੁਰਾਂ ਨੂੰ ਇਹਨਾਂ ਹਾਲਾਂ 'ਚ ਵੇਖਣਾ ਤੇ ਭੁੱਖਾਂ ਨਿਕਲ ਜਾਣੀਆਂ ਵੀ ਕੀ ਹਾਲ ਬਣਾਇਆ ਹੋਇਆ। ਦੇਖੋ ਦੁਨੀਆ ਨਹੀਂ ਸਮਝ ਸਕਦੀ, ਫਿਰ ਲੋਕਾਂ ਨੇ ਵੀ ਕਹਿਣਾ, ਕਹਿੰਦੇ ਦਿਖਾ ਲਓ ਕਿਸੇ ਨੂੰ। ਦੁਨੀਆ ਹੀ ਕਹਿ ਸਕਦੀ ਹੈ। ਕਿਸੇ ਮੌਲਵੀ ਨੂੰ ਬੁਲਾ ਕੇ ਵੇਖ ਲਓ, ਕਿਸੇ ਪੰਡਤ ਨੂੰ ਬੁਲਾ ਕੇ ਵੇਖ ਲਓ, ਕਿਸੇ ਉੱਪਰੀ ਸ਼ਾਇਦ ਦਾ ਛਾਇਆ ਹੀ ਨਾ ਹੋਵੇ ਵੀ ਜਿਹੜਾ ਰਹਿੰਦਾ ਹੀ ਸ਼ਮਸ਼ਾਨ ਘਾਟ ਆ। ਆਖੋ ਸਤਿਨਾਮ। ਜੋ ਬੈਠਾ ਹੀ ਮੜੀਆਂ ਦੇ ਵਿੱਚ ਹੈ, ਸੱਚੀ ਭੂਤ ਪ੍ਰੇਤ ਹੀ ਚੰਬੜਿਆ ਹੋਣਾ ਕੋਈ। ਪਰ ਭੈਣ ਨਾਨਕੀ ਆਪਣੇ ਆਨੰਦ 'ਚ ਰਹਿੰਦੀ। ਉਹਨਾਂ ਕਦੇ ਇਹ ਵੀ ਨਹੀਂ ਕਿਹਾ ਵੀ ਰੱਬ ਨੇ ਕਿਉਂ ਬੈਠੇ, ਉਹ ਸਫਾਈ ਨਹੀਂ ਦਿੰਦੇ ਲੋਕਾਂ ਆਨੰਦ 'ਚ ਰਹਿੰਦੇ। ਪਰ ਸਾਡੇ ਮਾਤਾ ਸੁਲੱਖਣੀ ਜੀ ਸੋਚਦੇ ਆ ਵੀ ਮੈਂ ਹੁਣ ਇੱਥੇ ਕਿਉਂ ਰਹਿਣਾ, ਜੇ ਮੇਰਾ ਪਤੀ ਘਰ ਹੀ ਨਹੀਂ ਆਉਂਦਾ ਤੇ ਫਿਰ ਮੈਨੂੰ ਆਪਣੇ ਪੇਕੇ ਚਲੇ ਜਾਣਾ ਚਾਹੀਦਾ, ਮੇਰਾ ਇੱਥੇ ਕੀ ਹੈ। ਸਮਾਂ ਸਮਾਪਤ ਹੈ ਜੀ। ਅਗਲੇ ਜਿਹੜੇ ਚੂੜ ਮਰਦ ਦੇ ਆਉਣਗੇ ਨਾ, ਬੜੇ ਅਲੌਕਿਕ ਹੋਣਗੇ, ਕਿਉਂਕਿ ਗੁਰੂ ਸਾਹਿਬ ਹੁਣ ਉਸ ਮਿਸ਼ਨ ਵੱਲ ਜਾ ਰਹੇ ਆ
ਜਿਸ ਮਿਸ਼ਨ ਲਈ ਇਹ ਸਰੀਰ ਧਾਰਨ ਕਰਕੇ ਆਏ ਨੇ। ਪਰਿਵਾਰ ਦੀ ਮੋਹ ਮਾਇਆ ਜੋ ਇੱਕ ਦਿਖਾਵੇ ਤੌਰ ਤੇ ਮਰਦ ਨੇ ਰੱਖੀ ਸੀ, ਬਿਲਕੁਲ ਛੱਡਤੀ ਹੈ, ਬਿਲਕੁਲ ਹੀ ਪਰਵਾਹ ਛੱਡਤੀ ਉਹਨਾਂ ਦੀ। ਅੱਜ ਉਹ ਪਰਿਵਾਰ ਵੀ ਮਿੰਨਤਾਂ ਕਰਦਾ ਫਿਰਦਾ, ਤਰਲੇ ਕਰਦੇ ਫਿਰਦੇ ਆ। ਸਮਾਂ ਸਮਾਪਤ ਹੈ, ਜਿਵੇਂ ਜਿਵੇਂ ਚੋਰ ਆਉਣਗੇ ਆ। ਇਹ ਹੈ ਚੋਜ ਨੇ ਗੁਰੂ ਸਾਹਿਬ। ਇਹ ਨਹੀਂ ਸੋਚ ਸਕਦੇ ਮਰਦ ਨੇ ਇਦਾਂ ਕਿਉਂ ਕੀਤਾ। ਖੇਡਾਂ ਮੇਰਾ ਬਲੀਆਂ ਕੋਈ ਜਾਣ ਸਕਦਾ ਹੈ। ਕਿਹੜੇ ਪੱਧਰ ਤੱਕ ਖੇਡਾਂ ਖੇਡੀਆਂ ਨੇ, ਕਦੇ ਸੋਚਿਆ ਸੀ ਵੀ ਗੁਰੂ ਸਾਹਿਬ ਵੀ ਇਦਾਂ ਕਰਦੇ ਨੇ ਕਿ ਜਿਹੜੇ ਮਰਦ ਇਹਨਾਂ ਚੀਜ਼ਾਂ ਨੂੰ ਆਖਦੇ ਭਾਈ ਇਹ ਚੀਜ਼ਾਂ ਨਾ ਕਰੋ, ਆਪ ਕਰਕੇ ਵਿਖਾਇਆ ਵੀ ਇਹਨਾਂ ਚੀਜ਼ਾਂ 'ਚ ਕੱਖ ਵੀ ਹੈ ਨਹੀਂ। ਜਿਵੇਂ ਜਿਵੇਂ ਸਿੱਖਿਆ ਨਾਲ ਨਾਲ ਚੱਲੂ, ਇਤਿਹਾਸ ਆਪਾਂ ਉਹਦਾ ਆਨੰਦ ਮਾਣਾਂਗੇ। ਵਾਹਿਗੁਰੂ।